ਉਹ ਕਹਿੰਦੇ ਵੀ ਅਸੀਂ ਗੋਲੀ ਮਾਰਾਂਗੇ। ਸਾਰਿਆਂ ਨੇ ਆਖਿਆ ਤੁਸੀਂ ਮਾਰ ਦਿਓ। ਮੈਂ ਵੀ ਉਹਨਾਂ ਦੇ ਵਿੱਚ ਸਾਂ। ਉਹ BBC ਤੋਂ ਥੋੜ੍ਹਾ ਪਤਾ ਲੱਗਦਾ ਸੀਗਾ। BBC ਉਦੋਂ ਰੇਡੀਓ ਜਿਹੜਾ ਸੀਗਾ ਇਹੋ ਲੋਕ ਆਮ ਸੁਣਦੇ ਸੀਗੇ ਅਤੇ ਇਹਦੇ ਤੋਂ ਥੋੜ੍ਹੀਆਂ ਖਬਰਾਂ ਜਿਹੜੀਆਂ ਬਾਹਰ ਆਉਂਦੀਆਂ ਸੀਗੀਆਂ ਸੱਚੀਆਂ। ਆਵਾਜ਼ ਜਿਹੜੀ ਅੰਮ੍ਰਿਤਸਰ ਦੇ ਬੰਬਾਂ ਦੀ ਸੀ ਉਹ ਇੱਥੇ ਤੱਕ ਵੀ ਸੁਣਦੀ ਰਹੀ ਸੀਗੀ। ਅਤੇ ਮਿਲਟਰੀ ਵੀ ਇਹੋ ਗੱਲ ਬਾਰ ਇਹੋ ਕਹਿੰਦੀ ਤੁਸੀਂ ਜਾਓ, ਤੁਹਾਡਾ ਉੱਥੇ ਜਿਹੜਾ ਉਹ ਕੰਮ ਉੱਥੇ ਖਤਮ ਹੋ ਗਿਆ ਵਾ, ਉੱਥੇ ਖਤਮ ਹੋ ਗਿਆ ਵਾ। ਜਦੋਂ ਉਹ ਖਤਮ ਵੀ ਕਹਿੰਦੇ ਸੀਗੇ ਉਦੋਂ ਵੀ ਉੱਥੇ ਬੰਬਾਂ ਦੀਆਂ ਆਵਾਜ਼ਾਂ ਆਉਂਦੀਆਂ ਸੀਗੀਆਂ, ਮੇਤੇ ਤੱਕ ਸੁਣਦੀਆਂ ਸੀ ਆਵਾਜ਼ਾਂ ਸਾਨੂੰ। ਸਾਰੇ ਇਹੋ ਲਾਉਂਦੇ ਸੀਗੇ ਵੀ ਇਹਨਾਂ ਨੇ ਤੋਪਾਂ ਟੈਂਕ ਜਿਹੜੇ ਆ ਉੱਥੇ ਫਿੱਟ ਕੀਤੇ ਆ ਅਤੇ ਉਹਦੇ ਨਾਲ ਤਹਿਸ ਨਹਿਸ ਕਰਤਾ ਦਰਬਾਰ ਸਾਹਿਬ। ਅੱਥਰੂ ਆਉਂਦੇ ਸੀ ਅੱਖਾਂ ਦੇ ਵਿੱਚੋਂ, ਹੋਰ ਕੁਛ ਨਹੀਂ। ਸਾਨੂੰ ਅਬਦਾਲੀ ਨਾਲੋਂ ਇਹ ਜ਼ਾਲਮ ਜਾਪੇ ਉਸ ਵਕਤ। ਅਬਦਾਲੀ ਨੂੰ ਤਾਂ ਸੁਣਿਆ ਸੀ, ਇਹ ਅੱਖੀਂ ਵੇਖਿਆ ਸੀ ਸਭ ਕੁਛ। ਸੰਤਾਂ ਦੇ ਨਾਲ ਜਿੰਨੇ ਵੀ ਸੰਪਰਦਾਵਾਂ ਸੀਗੀਆਂ, ਜਿੰਨੀਆਂ ਵੀ ਸੰਪਰਦਾਵਾਂ ਸੀਗੀਆਂ, ਮੈਨੂੰ ਨਹੀਂ ਪਤਾ ਵੀ ਕਿਹੜੀ ਸੰਪਰਦਾ ਕੋਈ ਵੀ ਉਹਨਾਂ ਦੇ ਬਰਖਲਾਫ ਨਹੀਂ ਸੀਗੀ। ਸਾਰੀਆਂ ਇੰਨਾ ਪਿਆਰ ਰੱਖਦੀਆਂ ਸੀ, ਆਪਣੇ ਭੈਣ ਭਰਾਵਾਂ ਤੋਂ ਵੀ ਵੱਧ ਪਿਆਰ ਰੱਖਦੀਆਂ ਸੀ ਸੰਪਰਦਾਵਾਂ ਸੰਤਾਂ ਦੇ ਨਾਲ। ਅਤੇ ਪਹਿਲਾ ਜਥਾ ਮਹਿਤੇ ਵਾਲਿਆਂ ਦਾ ਸੀ, ਦੂਸਰਾ ਜਥਾ ਸਾਡਾ ਸੀਗਾ। ਉਸ ਜਥੇ ਦੇ ਵਿੱਚ ਅਸੀਂ ਗਏ, ਅਸੀਂ ਗ੍ਰਿਫਤਾਰੀ ਦਿੱਤੀ ਆ ਅਤੇ ਅਸੀਂ 3 ਮਹੀਨੇ ਭਾਈ ਅਮਰੀਕ ਸਿੰਘ ਦੇ ਨਾਲ, ਬਾਬੇ ਠਾਰਾ ਸਿੰਘ ਹੁਣਾਂ ਨਾਲ, ਉਹਨਾਂ ਦੇ ਨਾਲ ਹੀ, ਉਹਨਾਂ ਦੀ ਬੈਰਕ ਦੇ ਵਿੱਚ ਹੀ 3 ਮਹੀਨੇ ਅਸੀਂ ਉਹਨਾਂ ਨਾਲ ਜੇਲ੍ਹ 'ਚ ਰਹੇ ਹਾਂ। ਅਸੀਂ ਸਿੱਖਾਂ ਨੂੰ ਸਾਰੀ ਦੁਨੀਆ ਦੇ ਵਿੱਚ ਇੱਕ ਹਿੰਦੂ ਦੇ ਲੌਬੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀਗਾ ਵੀ ਸਿੱਖ ਜਿਹੜਾ ਇੱਕ ਹਿੰਦੂਆਂ ਦਾ ਅੰਗ ਆ, ਹੋਰ ਕੁਛ ਨਹੀਂ ਗੇ। ਇਸ ਲੜਾਈ ਨੇ ਸਿੱਖਾਂ ਦਾ ਇੰਨਾ ਸਿਰ ਉੱਚਾ ਕੀਤਾ ਆ ਵੀ ਸਿੱਖ ਇੱਕ ਵੱਖਰੀ ਕੌਮ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜਾਣੇ ਗਏ ਆ ਇਸ 84 ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਮੀਕੇ ਦੇ ਵਿੱਚ ਬੈਠੇ ਹਾਂ ਔਰ ਇਹ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ, ਘੁਮਾਣ ਦੇ ਨੇੜੇ ਪੈਂਦਾ ਹੈ ਪਿੰਡ। ਮੇਰੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਸਕੱਤਰ ਸਿੰਘ ਹੋਰੀ। ਜੇਕਰ ਗੱਲ ਕਰੀਏ ਸੰਨ 1984 ਦੀ, ਦਮਦਮੀ ਟਕਸਾਲ ਮਹਿਤਾ ਤੋਂ ਇਹ 7 ਕਿਲੋਮੀਟਰ ਦੀ ਦੂਰੀ 'ਤੇ ਹੈ ਔਰ ਇਹਨਾਂ ਨੂੰ ਉਸ ਸਮੇਂ ਦੇ ਬਹੁਤ ਸਾਰੀਆਂ ਇੱਦਾਂ ਦੇ ਵਾਕਿਆਤ ਜਿਹੜੇ ਇਹਨਾਂ ਦੇ ਨਾਲ ਕੁਝ ਹੋਏ ਨੇ ਜਾਂ ਇਹ ਮਹਿਤੇ ਗਏ ਨੇ। ਸਾਰੀ ਗੱਲਬਾਤ ਅੱਜ ਆਪਾਂ 1984 ਜੂਨ ਦੀ ਕਰਨੀ ਹੈ। ਉਹ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ ਭਾਈ ਸਕੱਤਰ ਸਿੰਘ ਪਿੰਡ ਮੀਕੇ ਦੇ ਰਹਿਣ ਵਾਲੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਾਂ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਮਾਹੌਲ ਸੀ ਉਦੋਂ 1984 ਦੇ ਵਿੱਚ, ਜਿਹੜੀ ਜੂਨ ਦੀ ਗੱਲ ਕਰੀਏ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਹੁੰਦਾ? ਸਾਡੇ ਇਲਾਕੇ ਦੇ ਵਿੱਚ ਮਿਲਟਰੀ ਨੇ ਯਕਦਮ ਜਿਹੜਾ ਪੰਜਾਬ ਦੇ ਵਿੱਚ ਬੰਦ ਕੀਤਾ ਸੀਗਾ, ਸਾਰੇ ਪੰਜਾਬ ਨੂੰ ਸੀਲ ਕੀਤਾ ਸੀਗਾ। ਉਹਦੇ ਨਾਲ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀਗਾ। ਅੱਛਾ ਜੀ। ਵੈਸੇ ਸਾਡਾ ਜਿਹੜਾ ਇਲਾਕਾ ਸੀਗਾ ਇਹਦੇ ਵਿੱਚ ਸੰਤ ਕਰਤਾਰ ਸਿੰਘ ਹੋਣਾ ਪਹਿਲਾਂ ਜਿਹੜੇ ਪਿੰਡਰਾਂ ਵਾਲੇ ਸੀਗੇ, ਉਹਨਾਂ ਦੇ ਵੇਲੇ ਤੋਂ ਇੱਥੇ ਸਿੰਘ ਸਭਾ ਜਿਹੜੀ ਸੀਗੀ ਇੱਕ ਲਹਿਰ ਚੱਲੀ ਸੀਗੀ ਅਤੇ ਸਿੰਘ ਸਭਾ ਜਿਹੜੇ ਸੀਗੇ ਇਹ ਸਾਡੇ ਇਲਾਕੇ ਦੀ ਇੱਕ ਜਿੰਦ ਜਾਨ ਸੀਗੀ, ਜਿਹੜੇ ਸਾਰੇ ਇਲਾਕੇ ਨੂੰ ਕਵਰ ਕਰਦੀ ਸੀਗੀ। ਉਹਦੇ ਪ੍ਰਧਾਨ ਸਾਹਿਬ ਦਿਆਲ ਸਿੰਘ ਹੋਣੀ ਸੀਗੇ। ਬਰਿਆਰ ਤੋਂ ਜਥੇਦਾਰ ਕਸ਼ਮੀਰ ਸਿੰਘ ਹੋਣੀ ਦੇ ਹੋਰ ਵੀ ਇਲਾਕੇ ਦੇ ਬਹੁਤ ਸਿੰਘ ਸੀਗੇ। ਜਥੇਦਾਰ ਮੇਜਰ ਸਿੰਘ ਹੋਣੀ ਸੀ ਤਲਵੰਡੀ ਤੋਂ, ਜਥੇਦਾਰ ਕੁਲਵੰਤ ਸਿੰਘ ਤਲਵੰਡੀ ਤੋਂ, ਮਾਸਟਰ ਪ੍ਰੀਤਮ ਸਿੰਘ ਹੋਣੀ ਸੀਗੇ ਬੋਲੇਵਾਲ ਤੋਂ। ਇਸ ਤਰ੍ਹਾਂ ਕਰਕੇ ਇਲਾਕੇ ਦੇ ਵਿੱਚ ਬਹੁਤ ਸਾਰੇ ਸਿੰਘ ਸੀਗੇ ਜਿਹੜੇ ਇਸ ਲਹਿਰ ਦੇ ਨਾਲ ਜੁੜੇ ਸੀਗੇ ਅਤੇ ਚੜ੍ਹਦੀ ਕਲਾ ਦੇ ਵਿੱਚ ਸੀ। ਸੰਤ ਕਰਤਾਰ ਸਿੰਘ ਹੋਣਾ ਤੋਂ ਲੈ ਕੇ ਹੀ ਜਦੋਂ ਇਹ ਗੁਰਦੁਆਰਾ ਸਾਹਿਬ ਦਰਸ਼ਨ ਪ੍ਰਕਾਸ਼ ਬਣਿਆ, ਇਸ ਇਲਾਕੇ ਦੇ ਵਿੱਚੋਂ ਸੰਗਤ ਜਿਹੜੀ ਹੈ ਬਹੁਤ ਵੱਧ ਚੜ੍ਹ ਕੇ ਉਸ ਗੁਰਦੁਆਰੇ ਦੀ ਉਸਾਰੀ ਦੇ ਵਿੱਚ ਹਿੱਸਾ ਲੈਂਦੀ ਰਹੀ ਅਤੇ ਸੇਵਾ ਕਰਦੀ ਰਹੀ ਸੀ। ਅਤੇ ਸਾਰਾ ਜਿਹੜਾ ਇਲਾਕਾ ਸੀਗਾ ਇਹ ਸੰਤ ਕਰਤਾਰ ਸਿੰਘ ਹੋਣਾ ਨੇ ਟਕਸਾਲ ਦੇ ਨਾਲ ਜੋੜਿਆ ਸੀ। ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਕੇ, ਅੰਮ੍ਰਿਤ ਛਕਾ ਕੇ, ਅਤੇ ਸਾਰੇ ਲੋਕ ਜਿਹੜੇ ਸੀਗੇ ਉਹ ਟਕਸਾਲ ਦੇ ਨਾਲ ਜੁੜੇ ਸੀ। ਇਸ ਕਰਕੇ ਸਾਰਿਆਂ ਲੋਕਾਂ ਦਾ ਜਿਹੜਾ ਟਕਸਾਲ ਦੇ ਨਾਲ ਬੜਾ ਰੁਝਾਨ ਸੀਗਾ, ਬੜਾ ਪਿਆਰ ਸੀਗਾ ਅਤੇ ਆਉਣ ਜਾਣ ਸੀਗਾ। ਸੰਤ ਕਰਤਾਰ ਸਿੰਘ ਹੋਣਾ ਤੋਂ ਬਾਅਦ ਸੰਤ ਜਰਨੈਲ ਸਿੰਘ ਹੋਣਾ ਦੇ ਨਾਲ ਵੀ ਕਾਫੀ ਉਹੀ ਪਿਆਰ ਰਿਹਾ, ਉਸੇ ਤਰ੍ਹਾਂ ਹੀ ਸੰਤ ਵੀ ਵਿਚਰਦੇ ਰਹੇ ਅਤੇ ਸੰਤਾਂ ਨੇ ਵੀ ਇਲਾਕੇ ਨੂੰ ਉਹੀ ਪਿਆਰ ਦਿੱਤਾ ਜਿਹੜਾ ਸੰਤ ਕਰਤਾਰ ਸਿੰਘ ਹੋਣਾ ਨੇ ਦਿੱਤਾ ਸੀਗਾ। ਇਸ ਕਰਕੇ ਅਸੀਂ ਸੰਤਾਂ ਦੇ ਨਾਲ ਕਾਫੀ ਮੇਲ ਜੋਲ ਸੀਗਾ, ਟਕਸਾਲ ਦੇ ਨਾਲ ਕਾਫੀ ਮੇਲ ਜੋਲ ਸੀਗਾ। ਜਦੋਂ ਇਹ ਵਾਕਿਆ ਹੋਇਆ ਵਾ ਉਦੋਂ ਵੀ ਲੋਕਾਂ ਦੇ ਵਿੱਚ ਇਹ ਹੋਇਆ ਸੀਗਾ ਵੀ ਬਹੁਤਾ ਤਾਂ ਪੇਪਰਾਂ ਦੇ 'ਤੇ ਸਾਰਾ ਬੈਨ ਲੱਗ ਗਿਆ ਸੀਗਾ, ਆਉਣ ਜਾਣ 'ਤੇ ਵੀ ਬੈਨ ਲੱਗ ਗਿਆ ਸੀਗਾ, ਰੇਲਾਂ ਗੱਡੀਆਂ ਸਭ ਬੰਦ ਕਰਤੀਆਂ ਸੀ ਇਹਨਾਂ ਨੇ। ਇੱਕ ਸਾਡੇ ਕੋਲ ਸਰੋਤ ਸਿਰਫ ਰਹਿ ਗਿਆ ਸੀਗਾ ਪਿੰਡਾਂ ਦੇ ਵਿੱਚ BBC ਦਾ। BBC ਦੇ ਰੇਡੀਓ ਦੇ ਉੱਤੋਂ ਖਬਰਾਂ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਆਉਂਦੀਆਂ ਉਹ ਥੋੜ੍ਹੀ ਜਿਹੀ ਸੱਚਾਈ ਲੋਕਾਂ ਦੇ ਪੱਲੇ ਪੈ ਜਾਂਦੀ ਸੀ।
ਬਾਕੀ ਨਾ ਰੇਡੀਓ ਤੋਂ ਤੇ ਨਾ ਅਖਬਾਰਾਂ ਤੋਂ ਸੱਚਾਈ ਕੋਈ ਪਤਾ ਲੱਗਦਾ ਸੀ ਵੀ ਕੀ ਹੋਣ ਡਿਆ ਵਾ ਸਾਡੇ ਨਾਲ। ਉਹਦੇ ਥਰੂ ਫਿਰ ਲੋਕਾਂ ਦੇ ਵਿੱਚ ਇਹ ਰੁਝਾਨ ਸੀਗਾ ਵੀ ਜੇ ਦਰਬਾਰ ਸਾਹਿਬ ਤੇ ਏਡਾ ਤਗੜਾ ਅਟੈਕ ਹੋਇਆ ਵਾ ਤੇ ਮਹਿਤੇ ਦੇ ਉੱਤੇ ਵੀ ਜ਼ਰੂਰ ਹੋਣਾ ਆ। ਤੇ ਇਸ ਕਰਕੇ ਫਿਰ ਅਸੀਂ ਸਾਰਿਆਂ ਨੇ ਸਾਰਿਆਂ ਸਲਾਹ ਕੀਤੀ ਵੀ ਚਲੋ ਪਹਿਲਾਂ ਅਸੀਂ ਸਾਨੂੰ ਇੰਨਾ ਪਤਾ ਲੱਗ ਗਿਆ ਸੀ ਵੀ ਜਿਹੜੇ ਲੋਕ ਅੰਮ੍ਰਿਤਸਰ ਨੂੰ ਜਾਂਦੇ ਆ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ। ਥਾਈਂ ਥਾਈਂ ਮਿਲਟਰੀ ਜਿਹੜੀ ਆ ਉਹ ਘੇਰ ਲੈਂਦੀ ਆ ਤੇ ਤਸ਼ੱਦਦ ਕਰਦੀ ਆ ਤੇ ਨਹੀਂ ਅੱਗੇ ਵਧਣ ਦਿੰਦੀ। ਅਸੀਂ ਇਹ ਸਲਾਹ ਕੀਤੀ ਵੀ ਚਲੋ ਅਸੀਂ ਮਹਿਤੇ ਚੱਲਦੇ ਹਾਂ। ਮਹਿਤੇ ਅਸੀਂ ਜਦੋਂ ਵੇਖਿਆ ਤੇ ਪਿੰਡਾਂ ਦੇ ਵਿੱਚ ਵੀ ਲਿੰਕ ਸੜਕਾਂ ਦੇ ਉੱਤੇ ਮਿਲਟਰੀ ਦੇ ਜਿਹੜੇ ਸੀ ਚੱਕਰ ਉਹ ਕਾਫੀ ਸੀਗਾ। ਤੇ ਅਸੀਂ ਸਾਰੇ ਫਿਰ ਬੰਦੇ ਜਿਹੜੇ ਸੀਗੇ ਥਾਵਾਂ ਥਾਵਾਂ ਤੋਂ ਹਰ ਪਿੰਡ ਦੇ ਵਿੱਚੋਂ ਹੀ ਨਿੱਕੇ ਨਿੱਕੇ ਜਥਿਆਂ ਦੇ ਵਿੱਚ ਡਾਂਡੇ ਮੀਂਡੇ ਹੋ ਕੇ ਤੇ ਮਹਿਤੇ ਪਹੁੰਚੇ ਆ। ਮਹਿਤੇ ਦੇ ਬਾਰ-ਬਾਰ ਖੂਹ ਸੀ ਇੱਕ, ਉੱਥੇ ਕੁਝ ਸੰਗਤ ਨੇ ਜਾ ਕੇ ਪਹਿਲਾਂ ਲੰਗਰ ਲਾਇਆ ਸੀਗਾ। ਉੱਥੇ ਜਿਉਂ ਹਜੂਮ ਵੱਧਦਾ ਗਿਆ ਤੇ ਕਾਫੀ ਉੱਥੇ ਸੰਗਤ ਜ਼ਿਆਦਾ ਹੋ ਗਈ। ਜਦੋਂ ਸੰਗਤ ਉੱਥੇ ਜ਼ਿਆਦਾ ਹੋਈ ਆ ਤੇ ਉੱਥੇ ਫਿਰ ਵੇਖਿਆ ਵੀ ਅੰਦਰ ਨਹੀਂ ਸੀ ਜਾਣ ਦਿੰਦੇ, ਅੱਗੇ ਗੁਰਦੁਆਰੇ ਸਾਹਿਬ ਨੂੰ ਘੇਰਾ ਪਿਆ ਸੀ, ਅੰਦਰ ਨਹੀਂ ਸੀ ਜਾਣ ਦਿੰਦੇ। ਤੇ ਅਸੀਂ ਸਾਰੇ ਜਿਹੜੇ ਉਹ ਲੰਗਰ ਦੇ ਜਿੱਥੇ ਸੀ ਉੱਥੇ ਹੀ ਸਾਰੇ ਬੈਠੇ ਸੀਗੇ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੀਗੇ ਸਾਰੇ। ਤੁਸੀਂ ਕਿੰਨੀ ਕੁ ਸੰਗਤ ਸੀ ਜੀ ਬਾਹਰ? ਬਾਹਰ ਉੱਥੇ ਘੱਟੋ ਘੱਟ ਵੀ 2-3 ਹਜ਼ਾਰ ਬੰਦਾ ਹੋਣਾ ਆ। ਅੰਦਰ ਵੀ ਸੰਗਤ ਸੀ ਜੀ ਬਹੁਤ? ਅੰਦਰ ਵੀ ਜਿਹੜੇ ਪਹਿਲਾਂ ਜਾ ਚੁੱਕੇ ਸੀਗੇ ਉਹ ਸੰਗਤ ਅੰਦਰ ਸੀਗੀ। ਅੱਛਾ। ਤੇ ਜਦੋਂ ਬਾਹਰ ਅਸੀਂ ਸਾਰੇ ਉੱਥੇ ਬੈਠੇ ਆ ਤੇ ਰਾਤ ਨੂੰ 4 ਤਰੀਕ ਦੀ ਰਾਤ ਨੂੰ ਸ਼ਾਮ ਨੂੰ ਪਹਿਲਾਂ ਮਿਲਟਰੀ ਆਈ ਆ ਵੀ ਤੁਸੀਂ ਇੱਥੋਂ ਲੰਗਰ ਚੁੱਕ ਲਓ। ਤੇ ਉੱਥੇ ਸਿੰਘਾਂ ਨੇ ਆਖਿਆ ਵੀ ਅਸੀਂ ਲੰਗਰ ਨਹੀਂ ਚੁੱਕਣਾ ਤੇ ਨਾ ਹੀ ਇੱਥੋਂ ਜਾਣਾ ਹੀ ਆ। ਬਾਅਦਾਂ ਸ਼ਾਮ ਨੂੰ ਹਨੇਰੇ ਹੋਏ 7-8-9 ਵਜੇ ਟੈਂਕ ਆਏ ਆ ਤੇ ਟੈਂਕਾਂ ਦੀ ਗਾੜੀ ਮਿਲਟਰੀ ਬੜੇ ਜ਼ੋਰ ਦੀ ਭੱਜੀ ਆਉਂਦੀ ਆ। ਲਾਈਟਾਂ ਬਹੁਤ ਟੈਂਕਾਂ ਦੀਆਂ ਬਹੁਤ ਤੇਜ਼ ਸੀਗੀਆਂ ਜਿਹਦੇ ਵਿੱਚ ਮਿਲਟਰੀ ਸਾਨੂੰ ਦਿਸਦੀ ਸੀ ਤੇ ਟੈਂਕੀ ਦੇ ਲਾਈਟ ਹੀ ਦੇਖਦੀ, ਹੋਰ ਕੁਛ ਨਹੀਂ ਦਿਸਦਾ। ਜਦੋਂ ਉਹ ਉਧਰ ਨੂੰ ਭੱਜਿਆ ਤੇ ਜਿਹੜੇ ਲੋਕ ਨਾਲ ਹੀ ਅਨਾਊਂਸ ਕਰਦੇ ਹੁੰਦੇ ਵੀ ਜਾਂ ਤੇ ਉੱਠ ਖਲੋ, ਨਹੀਂ ਤੇ ਅਸੀਂ ਤੁਹਾਨੂੰ ਗੋਲੀਆਂ ਮਾਰ ਦੇਣੀਆਂ ਸਿੱਧੀਆਂ। ਕੁਛ ਲੋਕ ਤੇ ਉੱਠ ਕੇ ਤੇ ਭੱਜ ਉੱਠੇ ਆ ਤੇ ਕੁਛ ਲੰਗਰ ਦੇ ਉੱਥੇ ਬੈਠੇ ਰਹੇ ਆ। ਮਿਲਟਰੀ ਨੇ ਆਣ ਕੇ ਆਖਿਆ ਵਾ ਵੀ ਤੁਸੀਂ ਜਾਣਾ ਕਿ ਨਹੀਂ ਜਾਣਾ, ਤੇ ਸਿੰਘਾਂ ਨੇ ਆਖਿਆ ਵੀ ਅਸੀਂ ਨਹੀਂ ਗਾ ਜਾਣਾ। ਉਹ ਕਹਿੰਦੇ ਵੀ ਅਸੀਂ ਗੋਲੀ ਮਾਰਾਂਗੇ। ਸਾਰਿਆਂ ਨੇ ਆਖਿਆ ਤੁਸੀਂ ਮਾਰ ਦਿਓ। ਮੈਂ ਵੀ ਉਹਨਾਂ ਦੇ ਵਿੱਚ ਸਾਂ। ਉਦੋਂ ਬਾਅਦਾਂ ਫਿਰ ਉਹਨਾਂ ਨੂੰ ਆਇਆ ਵੀ ਜਿਹੜੇ ਜਿੰਨੇ ਥੋੜ੍ਹੇ ਬਹੁਤੇ ਰਹਿੰਦੇ ਆ ਇਹਨਾਂ ਨੂੰ ਰਹਿਣ ਦਿਓ, ਬਾਕੀਆਂ ਜਿਹੜੇ ਭੱਜ ਗਏ ਉਹਨਾਂ ਨੂੰ ਜਾਣ ਦਿਓ ਤੁਸੀਂ। ਬਾਅਦ ਵਿੱਚ ਗੁਰਦੁਆਰੇ ਸਾਹਿਬ ਤੋਂ ਅਨਾਊਂਸਮੈਂਟ ਹੁੰਦੀ ਆ, ਬਾਹਰ ਮਿਲਟਰੀ ਪਹਿਲਾਂ ਅਨਾਊਂਸਮੈਂਟ ਕਰਦੇ ਆ ਵੀ ਜਿਸ ਦਾ ਧਰਮਸੋਂ ਜਿਹੜਾ ਵਾ ਉਹ ਬਾਹਰ ਆ ਜੇ ਤੇ ਨਹੀਂ ਤੇ ਗੁਰਦੁਆਰੇ ਉੱਤੇ ਅਟੈਕ ਇੰਨੇ ਚਿਰ ਦੇ ਵਿੱਚ ਨਹੀਂ ਆਊਗਾ ਤੇ ਗੁਰਦੁਆਰੇ 'ਤੇ ਅਟੈਕ ਕੀਤਾ ਜਾਊਗਾ। ਇਹ 3 ਜੂਨ ਦੀ ਗੱਲ? ਇਹ 4 ਦੀ ਹਾਂਜੀ 4 ਦੀ। ਜਦੋਂ ਇਹ ਇਸ ਤਰ੍ਹਾਂ ਗੱਲ ਹੋਈ ਆ ਤੇ ਅੰਦਰੋਂ ਫਿਰ ਅਨਾਊਂਸਮੈਂਟ ਆਈ ਆ ਵੀ ਇੱਥੇ ਧਰਮ ਸਿੰਘ ਨਾਂ ਦਾ ਕੋਈ ਬੰਦਾ ਨਹੀਂ ਗਾ ਇਸ ਵੇਲੇ, ਇੱਥੇ ਭਚੰਗੀ ਆ ਤੇ ਹੋਰ ਕੋਈ ਨਹੀਂ ਗਾ। ਕਿਉਂਕਿ ਗੁਰਦੁਆਰੇ ਸਾਹਿਬ ਦੇ ਜਿਹੜੇ ਗੇਟ ਸੀਗੇ ਉਹ ਬੰਦ ਸੀ ਸਾਰੇ, ਬਾਹਰੋਂ ਅੰਦਰ ਨਹੀਂ ਜਾ ਸਕਦਾ, ਅੰਦਰੋਂ ਬਾਹਰ ਨਹੀਂ ਸੀ ਆ ਸਕਦਾ। ਬਾਹਰ ਮਿਲਟਰੀ ਦਾ ਪਹਿਰਾ ਸੀ ਸਾਰੇ। ਉਦੋਂ ਅਸੀਂ ਵੀ ਸਾਨੂੰ ਫਿਰ ਉਹਨਾਂ ਨੇ ਵਿੱਚੋਂ ਕੁਛ ਬੰਦਿਆਂ ਨੇ ਉੱਥੋਂ ਭੇਜਿਆ, ਉਹਨਾਂ ਨੇ ਮਿਲਟਰੀ ਵਾਲਿਆਂ ਨੇ ਵੀ ਉੱਥੋਂ ਕੁਛ ਬੰਦਿਆਂ ਨੂੰ ਲੈ ਕੇ ਆਓ, ਉਹ ਆਣ ਕੇ ਗੇਟ ਖਿਲਾਉਣ। ਜਦੋਂ ਉਹਨਾਂ ਨੂੰ ਸੱਦਿਆ ਵਾ, ਜਥੇਦਾਰ ਦਿਆਲ ਸਿੰਘ ਸਾਡੇ ਪਿੰਡ ਦੇ ਸੀਗੇ, ਇਹ ਵੀ ਸੰਤਾਂ ਦੇ ਬਹੁਤ ਨੇੜੇ ਸੀ, ਇਲਾਕੇ ਦੇ ਸਿੰਘ ਸਭਾ ਦੇ ਪ੍ਰਧਾਨ ਸੀਗੇ। ਇਹ ਵੀ ਮੈਨੂੰ ਵੀ ਨਾਲ ਜਾਣ ਦਾ ਮੌਕਾ ਮਿਲਿਆ। ਅਸੀਂ ਉੱਥੇ ਗਏ ਹਾਂ ਜਦੋਂ, ਤੇ ਉੱਥੇ ਕੁਝ ਸਿੰਘ ਹੋਰ ਸੀਗੇ। ਫਿਰ ਉਹਨਾਂ ਨੇ ਮਿਲਟਰੀ ਵਾਲਿਆਂ ਨੇ ਲੈ ਕੇ ਕੁਛ ਸਿੰਘਾਂ ਨੂੰ ਪਤਾ ਸੀਗਾ, ਬਾਬਾ ਜੀ ਦੇ ਨਾਲ ਬਾਬੇ ਠਾਕਰ ਸਿੰਘ ਹੋਣਾ ਨਾਲ ਭੇਂਟ ਕੀਤੀ। ਉਹਨਾਂ ਨੇ ਆਖਿਆ ਵੀ ਜੋ ਵੀ ਹੈਗਾ ਉੱਥੇ ਅੰਦਰ ਕੁਛ ਨਹੀਂ ਗਾ, ਤੁਸੀਂ ਤਲਾਸ਼ੀ ਕਰਾ ਦਿਓ, ਗੁਰਦੁਆਰੇ ਦਾ ਨੁਕਸਾਨ ਨਾ ਹੋਵੇ। ਉਹ ਪਤਾ ਨਹੀਂ ਕਿਹੜੇ ਖੂਹ ਦੇ ਉੱਤੇ ਕਿਸੇ ਡੇਰੇ ਦੇ ਉੱਤੇ ਮਿਲਟਰੀ ਵਾਲੇ ਜਿਹੜੇ ਅਫਸਰ ਸੀ ਉਹ ਬੈਠੇ ਸੀਗੇ। ਫਿਰ ਇਹ ਸਿੰਘ ਜਿਹੜੇ ਆ ਉੱਥੇ ਵੀ ਗਏ ਆ, ਮਿਲਟਰੀ ਵਾਲੇ ਉਹਨਾਂ ਨੂੰ ਉੱਥੇ ਲੈ ਕੇ ਗਏ ਆਪਣੀਆਂ ਗੱਡੀਆਂ 'ਚ। ਉਹਨਾਂ ਨਾਲ ਗੱਲ ਕਰਵਾਈ ਆ। ਇੱਥੇ ਮੇਜਰ ਜਗਜੀਤ ਸਿੰਘ ਸੀਗੇ, ਇੱਕ CO ਸੀਗੇ, ਸ਼ਾਇਦ ਉਹ ਬੰਗਾਲੀ ਸੀਗੇ, ਹੋਰ ਵੀ ਅਫਸਰ ਹੈਗੇ ਸੀ। ਇਹ ਬਾਅਦ ਵਿੱਚ ਉੱਥੋਂ ਆਣ ਕੇ ਜਦੋਂ ਇਹਨਾਂ ਨੂੰ ਗੇਟ ਤੋਂ ਆਵਾਜ਼ਾਂ ਮਾਰੀਆਂ ਅੰਦਰੋਂ ਵੀ ਤੁਸੀਂ ਦਰਵਾਜ਼ਾ ਖੋਲ੍ਹ ਦਿਓ, ਕੋਈ ਗੱਲ ਨਹੀਂ ਕਿ ਅਸੀਂ ਆਉਣਾ ਤੇ ਫਿਰ ਗੱਲ ਕਰਦੇ ਹਾਂ, ਬਾਬਿਆਂ ਨੇ ਭੇਜਿਆ ਸਾਨੂੰ। ਪਹਿਲਾਂ ਸਿੰਘਾਂ ਨੇ ਆਖਿਆ ਵੀ ਨਹੀਂ ਅਸੀਂ ਦਰਵਾਜ਼ਾ ਨਹੀਂ ਖੋਲ੍ਹਣਾ। ਫਿਰ ਉਹਨਾਂ ਆਖਿਆ ਵੀ ਸੰਤਾਂ ਦਾ ਹੁਕਮ ਆ, ਬਾਬੇ ਠਾਕਰ ਸਿੰਘ ਹੋਣਾ ਦਾ ਹੁਕਮ ਆ, ਤੇ ਉਹ ਕਹਿੰਦੇ ਵੀ ਤੁਸੀਂ ਤਲਾਸ਼ੀ ਕਰਵਾ ਦਿਓ, ਤੁਸੀਂ ਦਰਵਾਜ਼ਾ ਖੋਲ੍ਹੋ, ਸਾਨੂੰ ਤਾਂ ਪਹਿਲਾਂ ਆ ਲੈਣ ਦਿਓ। ਫਿਰ ਅਸੀਂ ਜਦੋਂ ਅੰਦਰ ਗਏ ਹਾਂ, ਅੰਦਰ ਜਾ ਕੇ ਫਿਰ ਗੱਲਬਾਤ ਹੋਈ ਸਾਰੀ ਸਿੰਘਾਂ ਨਾਲ। ਤੇ ਮੇਨ ਸਿੰਘ ਤੇ ਕੋਈ ਹੈ ਨਹੀਂ ਸੀ ਉੱਥੇ, ਇਲਾਕੇ ਦੀ ਸੰਗਤ ਸੀਗੀ ਸਾਰੀ। ਫਿਰ ਡਰਦੇ ਸੀ ਅਸੀਂ ਸਾਰੇ ਹੀ
ਵੀ ਅਸੀਂ ਜੇ ਕੋਈ ਗੱਲ ਹੋ ਗਈ ਜਾਂ ਦਰਵਾਜ਼ਾ ਖੋਲ੍ਹਿਆ ਤੇ ਸੰਤਾਂ ਨੂੰ ਅਸੀਂ ਸੰਤ ਜਰਨੈਲ ਸਿੰਘ ਉਹਨਾਂ ਨੂੰ ਅਸੀਂ ਕੀ ਮੂੰਹ ਖਾਲਾਂਗੇ, ਉਹਨਾਂ ਦੇ ਕੋਲੋਂ ਕੀ ਅਸੀਂ ਸੁਣਾਂਗੇ ਫਿਰ। ਇਸ ਗੱਲ ਤੋਂ ਡਰਦੇ ਸੀ ਸਾਰੇ ਹੀ ਵੀ ਸਾਡੇ 'ਤੇ ਕੋਈ ਬਲੇਮ ਨਾ ਲੱਗੇ। ਚਲੋ ਉਹ ਗੱਲਬਾਤ ਹੋ ਕੇ ਉਹਨਾਂ ਨੂੰ ਮੁੜ ਕੇ ਅੰਦਰ ਸੱਦਿਆ ਹੋਇਆ, ਉਹ ਆਏ ਆ। ਉਹ ਆਣ ਕੇ ਤੇ ਪਹਿਲਾਂ ਆਂਦੇ ਵੀ ਅਸੀਂ ਪਹਿਲਾਂ ਮੱਥਾ ਟੇਕਣਾ ਹੈ। ਉਹ CO ਵੀ ਤੇ ਮੇਜਰ ਜਗੀਰ ਵੀ ਇਹਨਾਂ ਜਾ ਕੇ ਪਹਿਲਾਂ 100 ਰੁਪਈਆ ਗੋਲਕ ਦੇ ਵਿੱਚ ਪਾ ਕੇ ਸਾਡੇ ਹੁੰਦਿਆਂ ਹੀ ਤੇ ਉੱਥੇ ਮੱਥਾ ਟੇਕਿਆ ਆ। ਮੱਥਾ ਟੇਕ ਕੇ ਤੇ ਹੋਰ ਗੱਲਾਂ ਬਾਤਾਂ ਕੀਤੀਆਂ। ਕਹਿੰਦੇ ਹਥਿਆਰ ਕੋਈ ਇੱਥੇ? ਉਹਨਾਂ ਆਖਿਆ ਵੀ ਹਥਿਆਰ ਇੱਥੇ ਕੋਈ ਨਹੀਂ ਗਾ, ਨਾ ਇੱਥੇ ਸਿੰਘ ਹੀ ਆ ਕੋਈ। ਸਿੰਘ ਜਿਹੜੇ ਆ ਉਹ ਜਵਾਨ ਜਿੰਨੇ ਸਿੰਘ ਆ ਉਹ ਸਾਰੇ ਸੰਤਾਂ ਦੇ ਨਾਲ ਆ। ਇਹ ਭੁਜੰਗੀ ਸਿੰਘ ਆ ਇੱਥੇ, ਤੇ ਜਿਹੜੇ ਇੱਥੇ ਕਥਾ ਜਾਂ ਕੀਰਤਨ ਕਰਦੇ ਆ ਜਾਂ ਸੁਣਦੇ ਆ ਜਾਂ ਸਿੱਖਦੇ ਆ। ਬਾਕੀ ਬਾਹਰ ਦੀ ਸੰਗਤ ਆ ਇਲਾਕੇ ਦੀ। ਚਲੋ ਉਹਨਾਂ ਨੇ ਵੇਖ ਕੇ ਸਾਰਾ ਹਾਲਾਤ ਮਿਲਟਰੀ ਨੇ ਸਾਰਾ ਕੁਝ ਵੇਖਿਆ। ਫਿਰ ਉਹ ਜਾਣ ਲੱਗੇ, ਇਹ ਵੀ ਕਹਿੰਦੇ ਆ ਵੀ ਸਾਨੂੰ ਇੱਥੇ ਇੱਕ ਸੰਤਾਂ ਨੇ ਚੰਡੀਗੜ੍ਹ ਬਣਾਇਆ, ਸਾਨੂੰ ਉਹ ਵੀ ਵਿਖਾ ਲਓ। ਉਹ ਥੋੜ੍ਹੇ ਚਿਰ ਦੇ ਵਿੱਚ ਹੀ ਲੰਗਰ ਹਾਲ ਦੇ ਉੱਤੇ ਕਮਰੇ ਬਣੇ ਸੀਗੇ ਜਿਹੜੇ ਚੰਡੀਗੜ੍ਹ ਦੀ ਤਰਜ਼ ਦੇ ਉੱਤੇ, ਜਿਹਦੇ ਵਿੱਚ ਕੁਛ ਸੁਵਿਧਾ ਬਣਾਈਆਂ ਸੀਗੀਆਂ। ਉਹ ਉਹਨਾਂ ਨੇ ਵੇਖ ਕੇ ਤੇ ਉਹ ਫਿਰ ਕਹਿੰਦੇ ਵੀ ਇਹ ਵਾਕਈ ਇਹ ਚੰਡੀਗੜ੍ਹ ਆ। ਤੇ ਚੰਡੀਗੜ੍ਹ ਦਾ ਕੀ ਮਤਲਬ ਕੀ ਬਣਿਆ? ਮਤਲਬ ਵੀ ਇਹ ਸੀਗਾ ਵੀ ਚੰਡੀਗੜ੍ਹ ਜਿਹੜਾ ਇੱਕ ਖੂਬਸੂਰਤ ਸ਼ਹਿਰ ਆ ਤੇ ਉਹ ਰਿਹਾਇਸ਼ੀ ਕਮਰੇ ਆ, ਤੇ ਉਹਦੇ ਵਿੱਚ ਉਹੋ ਜਿਹੀਆਂ ਸਾਡੀਆਂ ਫੈਸਿਲਿਟੀਆਂ ਜਿਹੜੀਆਂ ਦਿੱਤੀਆਂ ਗਈਆਂ ਲੋਕਾਂ ਨੂੰ, ਜਿਹੜੀ ਉੱਥੇ ਸੰਗਤ ਰਹਿੰਦੀ ਆ ਜਾਂ ਜਿਹੜੇ ਕੋਈ ਸਿੰਘ ਰਹਿੰਦੇ ਸੀਗੇ ਉਹਨਾਂ ਨੂੰ। ਤੇ ਉਹਨੂੰ ਕਹਿੰਦੇ, ਉਹਨੂੰ ਉੱਪਰ ਕਹਿੰਦੇ ਹੁੰਦੇ ਸੀ ਵੀ ਇਹ ਚੰਡੀਗੜ੍ਹ ਵਾਂਗੂ ਖੂਬਸੂਰਤ ਜਗ੍ਹਾ ਬਣਾਈ ਹੁੰਦੀ। ਇਸ ਕਰਕੇ ਉਹਨੂੰ ਇਸ ਇਲਾਕੇ ਚੰਡੀਗੜ੍ਹ ਕਹਿੰਦੇ ਸੀ ਉਦੋਂ। ਤੇ ਚਲੋ ਉਹਨਾਂ ਨੇ ਵੇਖ ਕੇ ਤੇ ਉਹਨਾਂ ਵੇਖਿਆ, ਉਹਨਾਂ ਉੱਤੇ ਸਾਡੇ ਹੁੰਦਿਆਂ ਉਹਨਾਂ ਵਾਇਰਲੈਸ ਉੱਤੇ ਕਰਤੀ ਵੀ ਅਸੀਂ ਸਾਰੇ ਗੁਰਦੁਆਰੇ ਦੀ ਤਲਾਸ਼ੀ ਲਈ ਆ, ਇੱਥੋਂ ਸਾਨੂੰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਤੇ ਇੱਥੇ ਜਿਹੜੇ ਆ ਜਾਂ ਸੰਗਤ ਆ ਤੇ ਜਾਂ ਭੁਜੰਗੀ ਸਿੰਘ ਆ, ਬੱਚੇ ਆ। ਬਾਕੀ ਨੌਜਵਾਨ ਜਾਂ ਹੋਰ ਕੋਈ ਹਥਿਆਰ ਜਾਂ ਕੋਈ ਚੀਜ਼ ਸਾਨੂੰ ਇੱਥੋਂ ਨਹੀਂ ਮਿਲੀ। ਇਹ ਸਾਡੇ ਹੁੰਦਿਆਂ ਹੀ ਵਾਇਰਲੈਸ ਹੋਈ ਆ ਪਿੱਛੇ। ਤੇ ਉਦੋਂ ਉਹ ਕਰਕੇ ਉੱਥੋਂ ਬਾਹਰ ਆ ਗਿਆ। ਹਾਂਜੀ। ਉਸ ਤੋਂ ਬਾਅਦ ਜਦੋਂ ਉਹ ਬਾਹਰ ਚਲੇ ਜਾਂਦੇ, ਸੰਗਤ ਫਿਰ ਉਵੇਂ ਹੀ ਬੈਠੀ ਰਹਿੰਦੀ? ਤੁਹਾਨੂੰ ਕੋਈ ਪਹਿਲਾਂ ਨਾਲੋਂ, ਜਿਵੇਂ ਪਹਿਲਾਂ ਤੁਸੀਂ ਦੱਸ ਰਹੇ ਨਾ ਕਿ ਫੌਜ ਨੇ ਘੇਰਾ ਵੀ ਪਾਇਆ ਸੀ, ਅੰਦਰਲੀ ਸੰਗਤ ਬਾਹਰਲੀ ਅੰਦਰ ਨਹੀਂ ਸੀ ਜਾਣ ਦਿੰਦੇ, ਉਸ ਤੋਂ ਬਾਅਦ ਕੁਝ ਢਿੱਲ ਦਿੱਤੀ ਗਈ? ਉਦੋਂ ਬਾਅਦ ਫਿਰ ਸਾਨੂੰ ਢਿੱਲ ਦੇ ਦਿੱਤੀ ਗਈ। ਉਹਨਾਂ ਨੇ ਆਖਿਆ ਵੀ ਇਹਦਾ ਦਰਵਾਜ਼ਾ ਤੁਸੀਂ ਪਿੱਛਾ ਖੁੱਲ੍ਹਾ ਰਹਿਣ ਦਿਓ, ਅਸੀਂ ਜੋ ਵੇਖਣਾ ਸੀ ਉਹ ਵੇਖ ਲਿਆ ਵਾ। ਤੇ ਹੁਣ ਇੱਥੇ ਜਿਹੜੀ ਕੋਈ ਸੰਗਤ ਆਉਂਦੀ ਆ, ਮੱਥਾ ਟੇਕਣ ਆਉਂਦੀ ਆ, ਸਾਰਾ ਕੁਝ ਆਉਂਦੀ ਆ। ਅਸੀਂ ਉਸ ਰਾਤ ਉੱਥੇ ਸਾਰੇ ਰਹੇ ਹਾਂ ਤੇ ਉਸ ਰਾਤ ਫਿਰ ਕੋਈ ਗੱਲਬਾਤ ਨਹੀਂ ਹੋਈ। ਉਦੋਂ ਅਗਲੇ ਦਿਨ ਅਸੀਂ ਸਾਰੇ ਸਵੇਰ ਦਾ ਪਾਠ ਕਰਕੇ ਸੁਣ ਕੇ ਤੇ ਸਾਰਾ ਕਰਕੇ ਜਲ ਪਾਣੀ ਛਕ ਤੇ ਫਿਰ ਦੁਪਹਿਰਾਂ ਨੂੰ ਅਸੀਂ ਪਿੰਡ ਆਪੋ ਆਪਣੇ ਪਿੰਡਾਂ ਦੇ ਲੋਕ ਗਏ ਆ। ਫਿਰ ਵੀ ਲੋਕਾਂ ਦੀ ਆਵਾਜਾਈ ਉੱਥੇ ਬੜੀ ਰਹੀ ਆ। ਤੁਸੀਂ ਫਿਰ ਪਿੰਡ 4 ਨੂੰ ਆਏ ਜਾਂ 5 ਨੂੰ ਆਏ? ਅਸੀਂ 5 ਨੂੰ ਆਏ ਹਾਂ। 5 ਜੂਨ ਨੂੰ ਤੁਸੀਂ ਇੱਥੇ ਆ ਗਏ। ਹੋਰ ਉੱਥੇ ਜੇ ਆਪਾਂ ਛੋਟੀਆਂ ਘਟਨਾਵਾਂ ਦੀ ਗੱਲ ਕਰੀਏ, ਜਿਵੇਂ ਤੁਸੀਂ ਦੱਸ ਰਹੇ ਕਿ ਫੌਜ ਨੇ ਪੰਜਾਬ ਦੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਸੀ ਉਸ ਸਮੇਂ, ਹੋਰ ਉੱਥੇ ਕੋਈ ਇਹੋ ਜਿਹੀ ਘਟਨਾ ਵੀ ਵਾਪਰੀ ਜਿਹਦੇ ਨਾਲ ਜਿਵੇਂ ਕੋਈ ਛੋਟੇ ਬੱਚੇ ਆ ਜਾਂ ਕੋਈ ਬੀਬੀਆਂ ਜਾਂ ਕੋਈ ਭਾਈ ਕਿਸੇ ਦਾ ਕੋਈ ਨੁਕਸਾਨ ਹੋਇਆ ਹੋਵੇ? ਮਹਿਤੇ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਜੀ। ਉੱਥੇ ਬਿਲਕੁਲ ਸ਼ਾਂਤੀ ਰਹੀ ਆ, ਕਿਉਂਕਿ ਉੱਥੇ ਹੈ ਹੀ ਕੋਈ ਨਹੀਂ ਸੀਗਾ ਜਿਹਦੇ ਨਾਲ ਨੁਕਸਾਨ ਹੋਣਾ ਸੀਗਾ। ਨਾ ਕੋਈ ਗਾੜੀ ਵਿਰੋਧ ਕਰਨ ਵਾਲਾ ਸੀਗਾ, ਨਾ ਉੱਥੇ ਕੋਈ ਹਥਿਆਰ ਸੀਗੇ। ਉਹ ਤੇ ਸਿਰਫ ਇੱਕ ਚੰਗੀ ਉੱਥੇ ਉਹੋ ਹੀ ਸੀਗੇ ਜਿਹੜੇ ਬੰਦਗੀ ਕਰਨ ਵਾਲੇ ਸੀ, ਜਾਂ ਉੱਥੇ ਸਿੱਖਿਆ ਲੈਣ ਵਾਸਤੇ ਗਏ ਸੀ, ਕੀਰਤਨ ਸਿੱਖਣ ਵਾਸਤੇ ਗਏ ਸੀ, ਗੁਰਬਾਣੀ ਸਿੱਖਣ ਵਾਸਤੇ ਗਏ ਸੀਗੇ। ਬਾਕੀ ਕੋਈ ਜ਼ਿੰਮੇਵਾਰ ਬੰਦਾ ਉੱਥੇ ਮੇਨ ਕੋਈ ਨਹੀਂ ਸੀ ਗੁਰਦੁਆਰੇ ਸਾਹਿਬ। ਮੇਨ ਉਹਨਾਂ ਦਾ ਕਾਰਨ ਇੰਨੀ ਫੌਜ ਲਾਉਣ ਦਾ ਇਹੋ ਸੀ ਕਿ ਇਹ ਸੰਗਤ ਜਿਹੜੀ ਆ ਉਹ ਅੰਮ੍ਰਿਤਸਰ ਨਾ ਜਾ ਸਕੇ। ਹਾਂ, ਸਭ ਤੋਂ ਵੱਧ ਮੇਨ ਲੋਕਾਂ ਦਾ ਉਹਨਾਂ ਮਿਲਟਰੀ ਦਾ ਇੱਕੋ ਹੀ ਸੀਗਾ ਵੀ ਸਾਰੇ ਰਸਤੇ ਰੋਕੇ ਸੀਗੇ, ਅੰਮ੍ਰਿਤਸਰ ਨੂੰ ਨਹੀਂ ਸੀ ਜਾਣ ਦਿੰਦੇ ਕਿਸੇ ਨੂੰ ਵੀ। ਜਿੱਥੇ ਵੀ ਜਾਂਦੇ ਸੀਗੇ ਲੋਕ, ਬਹੁਤ ਜਥੇ ਗਏ ਉਤਰਾਂ ਇਲਾਕੇ ਦੇ ਵਿੱਚੋਂ, ਤੇ ਰਾਹ ਦੇ ਵਿੱਚ ਹੀ ਉਹਨਾਂ ਨੇ ਰੋਕ ਦਿੱਤੇ। ਅੰਮ੍ਰਿਤਸਰ ਦੇ ਵਿੱਚ ਬਾਹਰ ਅੱਗੇ ਨਹੀਂ ਵਧਣ ਦਿੱਤਾ ਕਿਸੇ ਨੂੰ ਵੀ। ਅੰਮ੍ਰਿਤਸਰ ਨੂੰ ਬਿਲਕੁਲ ਨਹੀਂ ਬੈਨ ਲਾਇਆ ਸੀ ਉਹਨਾਂ ਨੇ। ਜੋ ਅੰਮ੍ਰਿਤਸਰ ਦੇ ਵਿੱਚ ਵਾਪਰਿਆ, ਇਹ ਤਾਂ ਤੁਸੀਂ ਇੱਥੋਂ ਬਾਰੇ ਦੱਸਿਆ ਕਿ ਮਹਿਤੇ ਦੇ ਵਿੱਚ ਕੀ ਹੋਇਆ ਤੁਹਾਨੂੰ, ਕਿਵੇਂ ਉੱਥੋਂ ਬਾਅਦ 'ਚ ਤੁਸੀਂ ਉੱਥੋਂ ਆਏ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵਾਪਰਦਾ ਹੈ, ਅਨੇਕਾਂ ਸਿੰਘ ਸ਼ਹੀਦ ਹੁੰਦੇ ਨੇ, ਉਹ ਸਾਰੀ ਗੱਲਬਾਤ ਦਾ ਤੁਹਾਨੂੰ ਕਦੋਂ ਪਤਾ ਲੱਗਾ ਜੀ? ਉਹ BBC ਤੋਂ ਥੋੜਾ ਪਤਾ ਲੱਗਦਾ ਸੀਗਾ। BBC ਉਦੋਂ ਰੇਡੀਓ ਜਿਹੜਾ ਸੀਗਾ ਇਹੋ ਲੋਕ ਆਮ ਸੁਣਦੇ ਸੀਗੇ, ਤੇ ਇਹਦੇ ਤੋਂ ਥੋੜ੍ਹੀਆਂ ਖਬਰਾਂ ਜਿਹੜੀਆਂ ਬਾਹਰ ਆਉਂਦੀਆਂ ਸੀ ਸੱਚੀਆਂ, ਜਾਂ ਜਿਹੜੇ ਕੋਈ ਲੋਕ ਉੱਥੋਂ ਜਥੇ 'ਚ ਗਏ ਹੁੰਦੇ ਸੀਗੇ ਉਹ ਕੁਛ ਲੋਕ ਵਾਪਸ ਆਉਂਦੇ ਸੀਗੇ, ਤੇ ਉਹ ਆਣ ਕੇ ਵੀ ਦੱਸਦੇ ਗਏ ਵੀ ਉੱਥੇ ਆਹ ਗੱਲ ਹੋਈ, ਉੱਥੇ ਆਹ ਗੱਲ ਹੋਈ ਆ। 5 ਦੀ ਰਾਤ ਨੂੰ ਅਸੀਂ ਜਦੋਂ ਮਹਿਤੇ ਸਾਂ ਗੁਰਦੁਆਰੇ ਸਾਹਿਬ, ਰਾਤ ਵੀ ਅਸੀਂ ਬੰਬਾਰੀ, ਉੱਥੇ ਆਵਾਜ਼ ਜਿਹੜੀ ਅੰਮ੍ਰਿਤਸਰ ਦੇ ਬੰਬਾਂ ਦੀ ਸੀ ਉਹ ਇੱਥੇ ਤੱਕ ਵੀ ਸੁਣਦੀ ਰਹੀ ਸੀਗੀ। ਤੇ ਮਿਲਟਰੀ ਵੀ ਇਹੋ ਗੱਲ ਬਾਰ-ਬਾਰ ਇਹੋ ਕਹਿੰਦੀ ਤੁਸੀਂ ਜਾਓ, ਤੁਹਾਡਾ ਉੱਥੇ ਜਿਹੜਾ ਉਹ ਕੰਮ ਉੱਥੇ ਖਤਮ ਹੋ ਗਿਆ ਵਾ, ਉੱਥੇ ਖਤਮ ਹੋ ਗਿਆ ਵਾ। ਜਦੋਂ ਉਹ ਖਤਮ ਵੀ ਕਹਿੰਦੇ ਸੀਗੇ ਉਦੋਂ ਵੀ ਉੱਥੇ ਬੰਬਾਂ ਦੀਆਂ ਆਵਾਜ਼ਾਂ ਆਉਂਦੀਆਂ ਸੀਗੀਆਂ, ਮਹਿਤੇ ਤੱਕ ਸੁਣਦੀਆਂ ਸੀ ਆਵਾਜ਼ਾਂ ਸਾਨੂੰ। ਤੁਸੀਂ ਕੀ ਅੰਦਾਜ਼ਾ ਲਾਉਂਦੇ ਸੀ ਜਦੋਂ ਤੁਸੀਂ, ਇੱਕ ਆਮ ਬੰਦਾ ਆਪਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਇਹ ਸੋਚਦੇ ਆ ਕਿ ਇੰਨੇ ਵੱਡੇ ਬੰਬ
ਅੰਮ੍ਰਿਤਸਰ ਤੋਂ ਮਹਿਤੇ ਆਵਾਜ਼ ਸੁਣਦੀ ਹੈ, ਕੀ ਅੰਦਾਜ਼ਾ ਲਾਉਂਦੇ ਸੀ ਤੁਸੀਂ? ਸਾਰੇ ਇਹੋ ਲਾਉਂਦੇ ਸੀਗੇ ਵੀ ਇਹਨਾਂ ਨੇ ਤੋਪਾਂ ਟੈਂਕ ਜਿਹੜੇ ਆ ਉੱਥੇ ਫਿੱਟ ਕੀਤੇ ਆ ਤੇ ਉਹਦੇ ਨਾਲ ਤਹਿਸ ਨਹਿਸ ਕਰਤਾ ਦਰਬਾਰ ਸਾਹਿਬ। ਸਾਰਿਆਂ ਦੇ ਮਨ ਦੇ ਵਿੱਚ ਇੱਕ ਰੋਸ ਸੀ, ਇੱਕ ਦੁੱਖ ਸੀ, ਇੱਕ ਰੋਸ ਸੀਗਾ, ਜਿਹੜਾ ਕੋਈ ਵੀ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਸੀ ਕਰ ਸਕਦੇ। ਇਹਨਾਂ ਮਨ ਭਰੇ ਸੀਗੇ, ਗੁੱਸੇ ਨਾਲ ਵੀ ਭਰੇ ਸੀਗੇ, ਰੋਸ ਨਾਲ ਵੀ ਭਰੇ ਸੀਗੇ। ਹਾਂਜੀ। ਤੁਸੀਂ ਫਿਰ 6 ਜੂਨ ਤੋਂ ਬਾਅਦ ਗਏ ਜੀ ਦਰਸ਼ਨ ਕਰਨ ਉੱਥੇ? ਉਦੋਂ ਬਾਅਦਾਂ ਅਸੀਂ ਗਏ, ਕਾਫੀ ਦਿਨਾਂ ਬਾਅਦਾਂ ਗਏ ਹਾਂ ਉੱਥੇ, ਜਦੋਂ ਸਾਰਾ ਕੁਛ ਹੀ ਸ਼ਾਂਤ ਹੋ ਗਿਆ। ਫਿਰ ਉਦੋਂ ਕੀ ਮਾਹੌਲ ਸੀ ਜਦੋਂ ਵੀ ਤੁਸੀਂ ਗਏ ਹੋ, ਕੀ ਦੇਖਿਆ ਜਾ ਕੇ ਉੱਥੇ? ਜਾ ਕੇ ਜਦੋਂ ਵੀ ਅੰਦਰ ਜਾਈਦਾ ਸੀ ਜਾਂ ਵੇਖੀਦਾ ਸੀਗਾ, ਵੇਖਿਆ ਵਾ ਜਦੋਂ ਦਰਸ਼ਨ ਕੀਤੇ ਆ, ਇੱਕੋ ਹੀ ਗੱਲ ਸੀਗਾ ਵੀ ਅੱਥਰੂ ਆਉਂਦੇ ਸੀ ਅੱਖਾਂ ਦੇ ਵਿੱਚੋਂ, ਹੋਰ ਕੁਛ ਨਹੀਂ। ਸਾਨੂੰ ਅਬਦਾਲੀ ਨਾਲੋਂ ਇਹ ਜ਼ਾਲਮ ਜਾਪੇ ਉਸ ਵਕਤ। ਅਬਦਾਲੀ ਨੂੰ ਤੇ ਸੁਣਿਆ ਸੀ, ਇਹ ਅੱਖੀ ਵੇਖਿਆ ਸੀ ਸਭ ਕੁਛ। ਜਦੋਂ ਤੁਸੀਂ ਲਗਭਗ ਕੋਈ ਮਹੀਨੇ ਜਾਂ 2 ਮਹੀਨੇ ਬਾਅਦ ਗਏ ਜੀ, ਕਿੰਨੀ ਕੁ ਦੇਰ ਬਾਅਦ ਗਏ? ਮਹੀਨੇ ਕੁ ਪਿੱਛੋਂ ਅਸੀਂ ਗਏ ਹਾਂ ਜੀ। ਤੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹਾਲਾਤ, ਮੈਂ ਚਾਹੁੰਦਾ ਕਿ ਉਹ ਤੁਸੀਂ ਜ਼ਰੂਰ, ਆਪਾਂ ਤਸਵੀਰਾਂ ਤੇ ਦੇਖਦੇ ਹਾਂ ਕਿ ਉਦੋਂ ਦੇ ਹਾਲਾਤ ਕੀ ਸੀ, ਪਰ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਮੁੱਖ ਦੇ ਵਿੱਚੋਂ ਬਿਆਨ ਕਰੋ ਕਿ ਸ੍ਰੀ ਅਕਾਲ ਤਖਤ ਸਾਹਿਬ ਜੇ ਢਹਿ ਢੇਰੀ ਸੀ, ਕਿੰਨਾ ਕੁ ਸੀ, ਕਿਹੜੇ ਕਿਹੜੇ ਪਾਸਿਓਂ, ਉਹ ਵਿਸਥਾਰ ਨਾਲ ਦੱਸੋ ਜੀ। ਉਦੋਂ ਖੰਡਰ ਹੋਇਆ ਸੀਗਾ ਸਾਰਾ ਹੀ। ਇਹਨਾਂ ਨੇ ਵੈਸੇ ਉਦੋਂ ਬੜੇ ਜ਼ੋਰ ਦੇ ਨਾਲ ਉਹਨੂੰ ਬਣਾਇਆ ਸੀਗਾ, ਉਸ ਹਿਸਾਬ ਨਾਲ ਦੱਸਿਆ ਸੀ ਵੀ ਬਣਾਇਆ ਵਾ, ਤੇ ਪਰ 4 ਚੁਫੇਰਾ ਜੋ ਹੈਗਾ ਸੀਗਾ ਪਰਿਕਰਮਾ ਦਾ ਜਾਂ ਦੂਜਾ ਤੀਜਾ, ਉਹ ਸਾਰਾ ਜਿਹੜਾ ਉਹ ਖੰਡਰ ਬਣਿਆ ਪਿਆ ਸੀਗਾ ਉਸ ਵਕਤ। ਹਾਂਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਵੀ ਕਿਹਾ ਜਾਂਦਾ ਗੋਲੀਆਂ ਲੱਗੀਆਂ? ਹਾਂਜੀ, ਮੈਂ ਆਪ ਜਦੋਂ ਉੱਪਰ ਦੂਸਰੀ ਛੱਤ ਦੇ ਉੱਤੇ ਜਾਈਦਾ ਹੈ ਨਾ ਜੀ, ਉੱਥੇ ਮੈਂ ਇਸ ਤਰ੍ਹਾਂ ਇੱਕ ਬਾਰੀ ਦੇ ਵਿੱਚ ਬੈਠਾ ਤੇ ਉਹਦੇ ਉੱਤੇ ਇਹੋ ਨਿਸ਼ਾਨ ਵੀ ਲੱਗਾ ਵਾ। ਮੈਂ ਉਹਨੂੰ ਵੇਖਿਆ, ਉਹਦੇ ਵਿੱਚ ਵੀ ਗੋਲੀਆਂ ਵੱਜੀਆਂ ਸੀ, ਜਿਹਦੇ ਉੱਤੇ ਸੋਨੇ ਦਾ ਪੱਤਰਾ ਜੜਿਆ ਸੀਗਾ ਬਾਰੀ ਦੇ ਉੱਤੇ। ਹਾਂਜੀ। ਜਿੱਦਾਂ ਤੁਸੀਂ ਦੱਸਿਆ ਕਿ ਰੋਣ ਆਉਂਦਾ ਸੀ ਜਦੋਂ ਉੱਥੇ ਜਾਂਦੇ, ਜਿੰਨੀ ਕੁ ਵੀ ਸੰਗਤ ਸੀ ਉਹ ਮੇਰੇ ਖਿਆਲ ਦੇ ਵਿੱਚ ਸਾਰੀ ਦੇਖ ਕੇ ਬਹੁਤ ਜ਼ਿਆਦਾ ਆਪਣਾ ਵੈਰਾਗ ਦੇ ਵਿੱਚ ਹੋਣੀ ਹੈ ਜੀ। ਉੱਥੇ ਤੇ ਕਈ ਲੋਕ ਇਹੋ ਜਿਹੇ ਵੇਖੇ ਅਸੀਂ, ਬੀਬੀਆਂ ਵੀ, ਬੰਦੇ ਵੀ, ਜਿਹੜੇ ਅੱਖਾਂ ਦੇ ਵਿੱਚੋਂ ਅੱਥਰੂ ਆ ਕੇ ਤੇ ਰੋਂਦੇ ਸੀਗੇ ਉਸ ਹਾਲਾਤਾਂ ਨੂੰ ਵੇਖ ਕੇ। ਤੇ ਹੁਣ ਵੀ ਅਸੀਂ ਜਦੋਂ ਯਾਦ ਕਰਦੇ ਹਾਂ ਤਾਂ ਸਾਡਾ ਆਪਣਾ ਮਨ ਭਰ ਜਾਂਦਾ ਵੀ ਇਹ ਕਿਹੋ ਜਿਹੇ ਹਾਲਾਤ ਸੀਗੇ। ਆਪਣੀ ਸਰਕਾਰ ਹੁੰਦਿਆਂ, ਜਿਹਨੂੰ ਆਪਣੀ ਸਰਕਾਰ ਕਿਹਾ ਜਾਂਦਾ ਸੀ, ਜਦੋਂ ਦੇਸ਼ ਆਜ਼ਾਦ ਕਿਹਾ ਜਾਂਦਾ ਸੀ, ਵੀ ਇੰਨੀ ਕੁਰਬਾਨੀਆਂ ਦੇ ਕੇ ਵੀ ਅਸੀਂ ਆਜ਼ਾਦ ਹੋ ਕੇ ਵੀ ਤੇ ਫਿਰ ਸਾਡੇ ਨਾਲ ਇਹ ਹਾਲਤ ਹੋਈ ਆ, ਉਸ ਵਕਤ ਬਹੁਤ ਦੁਖੀ ਹੋਈ ਸੀ ਮਨ। ਹਾਂਜੀ। ਉਸ ਸਮੇਂ ਤੁਸੀਂ ਜਦੋਂ ਪਿੰਡ ਆਉਂਦੇ ਹੋ, ਉੱਥੋਂ ਵਾਪਸ ਇੱਥੋਂ ਮਹਿਤੇ ਤੋਂ ਜਦੋਂ ਪਿੰਡ ਆਉਂਦੇ ਹੋ ਤੁਸੀਂ, ਉਦੋਂ ਕੋਈ ਪਿੰਡਾਂ ਦੇ ਵਿੱਚ ਸ਼ਾਂਤ ਮਾਹੌਲ ਸੀ ਕਿ ਜਾਂ ਉਦੋਂ ਪਿੰਡਾਂ ਦੇ ਵਿੱਚ ਵੀ ਕਿਸੇ ਨੂੰ ਤੰਗ ਪਰੇਸ਼ਾਨ ਕੋਈ ਕੀਤਾ ਗਿਆ ਜੀ ਬਾਅਦ ਵਿੱਚ? ਮੈਂ ਜਿਹੜੇ ਲੋਕ ਥੋੜ੍ਹੇ ਬਹੁਤੇ ਸਰਗਰਮ ਹੁੰਦੇ ਸੀ, ਜਿਨ੍ਹਾਂ 'ਤੇ ਸ਼ੱਕ ਸੀਗਾ, ਜਿਨ੍ਹਾਂ ਪੁਲਿਸ ਦੇ ਕੋਲੋਂ CIDਆਂ ਗਈਆਂ ਸੀਗਾ, ਉਹਨਾਂ ਲੋਕਾਂ ਨੂੰ ਉਦੋਂ ਬਹੁਤ ਤੰਗ ਕੀਤਾ ਗਿਆ। ਬਾਅਦਾਂ ਵੀ ਫਿਰ ਕਾਫੀ ਤੰਗ ਕੀਤਾ, ਲੋਕ ਬਹੁਤ ਪਰੇਸ਼ਾਨ ਕੀਤੇ ਗਏ ਤੇ ਬੜੇ ਤੰਗ ਕੀਤੇ, ਤਸ਼ੱਦਦ ਵੀ ਬਹੁਤ ਢਾਏ ਗਏ ਲੋਕਾਂ ਦੇ ਉੱਤੇ। ਹਾਂਜੀ। ਜਿਵੇਂ ਤੁਸੀਂ ਦੱਸਿਆ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੁਹਾਡੇ ਪਿੰਡ ਦੇ ਵਿੱਚ ਵੀ ਆਇਆ ਕਰਦੇ ਸੀ, ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦੇ ਨਾਲ ਵੀ ਤੁਹਾਡਾ ਪਿਆਰ ਬਣਿਆ। ਉਹ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦੇ ਨਾਲ ਤੁਹਾਡਾ ਇੱਕ ਗੁਰਸਿੱਖ ਰਿਸ਼ਤਾ ਕਹਿ ਲਈਏ, ਉਹ ਕਿਉਂਕਿ ਉਹ ਜਦੋਂ ਵੀ ਕਿਸੇ ਨੂੰ ਕਹਿੰਦੇ ਸੀ ਆਪਣਾ ਭਰਾ ਕਿਹਾ ਜਾਂਦਾ, ਕਿ ਉਹ ਭਰਾ ਦੇ ਵਾਂਗੂ ਪਿਆਰ ਕਰਦੇ ਸੀ। ਤੁਹਾਡਾ ਕਿਵੇਂ ਦਾ ਉਹਨਾਂ ਦਾ ਮੇਲ ਜੋਲ ਸੀ, ਕਿਵੇਂ ਦਾ ਰਿਸ਼ਤਾ ਸੀ ਤੁਹਾਡਾ ਉਹਨਾਂ ਨਾਲ? ਅਸੀਂ ਇੱਥੇ ਸਾਡੇ ਨਾ ਨਹਿਰਾਂ ਜਿਹੜੀਆਂ ਇਹ 6 ਮਹੀਨੇ ਸੀਗੀਆਂ, ਤੇ ਝੋਨੇ ਦੇ ਉੱਤੇ ਆਣ ਕੇ ਜਦੋਂ ਮੁੰਜਰ ਪੈਂਦੀ ਸੀ ਉਦੋਂ ਨਹਿਰਾਂ ਬੰਦ ਹੋ ਜਾਂਦੀਆਂ ਸੀਗੀਆਂ, ਸੂਏ ਬੰਦ ਹੋ ਜਾਂਦੇ ਸੀਗੇ, ਪਾਣੀ ਬੰਦ ਹੋ ਜਾਂਦਾ ਸੀ। ਸਾਡੇ ਇਲਾਕੇ ਦੇ ਲੋਕਾਂ ਨੇ ਅਸੀਂ ਇਕੱਠਿਆਂ ਹੋ ਕੇ, ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਹੁੰਦੇ ਸਾਂ ਉਦੋਂ। ਮੈਂ ਮੇਜਰ ਸਿੰਘ ਹੋਣੀ ਸੀਗੇ, ਹੋਰ ਸੀ ਕੁਝ ਸਿੰਘ ਇੱਥੋਂ, ਤੇ ਅਸੀਂ ਇਕੱਠਿਆਂ ਹੋ ਕੇ ਇੱਥੇ ਤੇ ਅਸੀਂ ਜਾ ਕੇ ਸੂਏ ਜ਼ਬਰਦਸਤੀ ਛੱਡਤੇ ਸਾਰਿਆਂ ਨੇ। ਆਪਣਾ ਵੀ ਛੱਡਿਆ, ਦੂਜੇ ਵੀ ਲੋਕ ਹੋਰ ਲਾਗੇ ਲਾਗੇ ਦੇ ਪਿੰਡਾਂ ਦੇ ਲੋਕ ਸਾਡੇ ਕੋਲ ਉੱਥੇ ਆ ਗਏ। ਅਸੀਂ ਦਰੀ ਵਿਛਾ ਕੇ ਉੱਥੇ ਬਹਿ ਗਏ ਸਾਂ ਤੇ ਉੱਥੇ ਲੰਗਰ ਲਾ ਲਿਆ, ਜਲ ਪਾਣੀ ਛਕ ਗਿਆ, ਲੋਕਾਂ ਨੇ ਨਾਂ ਲਿਖਾਉਣੇ ਸ਼ੁਰੂ ਕਰ ਦਿੱਤੇ। ਅਸੀਂ ਉੱਥੇ ਬੈਠੇ ਸਾਂ ਤੇ 2 ਦਿਨ ਸਾਨੂੰ ਹੋ ਗਏ ਬੈਠਿਆਂ ਨੂੰ, ਤੇ ਸੰਤ ਜਰਨੈਲ ਸਿੰਘ ਹੋਣੀ ਮੈਂ ਹਰਚੋਵਾਲ ਤੋਂ ਕਥਾ ਕਰਕੇ ਆਏ, ਤੇ ਜਦੋਂ ਸਾਨੂੰ ਉੱਥੇ ਖਲੋਤਿਆਂ ਨੂੰ ਵੇਖਿਆ ਤੇ ਉਹਨਾਂ ਨੇ ਬੱਸ ਡੱਕ ਲਈ, ਡੱਕ ਕੇ ਉੱਤਰ ਕੇ ਆਏ ਸਾਡੇ ਕੋਲ। ਅਸੀਂ ਵੀ ਗਾਂਹ ਹੋ ਗਏ, ਮਿਲੇ ਉਹਨਾਂ ਨੂੰ, ਤੇ ਕਹਿੰਦੇ ਵੀ ਇੱਥੇ ਕੋਈ ਬੈਠੇ ਜੇ? ਅਸੀਂ ਆਖਿਆ ਬਾਬਾ ਜੀ ਆਹ ਗੱਲ ਹੋਈ ਆ, ਤੇ ਅਸੀਂ ਯੂਨੀਅਨ ਦੇ ਵਿੱਚ ਆ, ਤੇ ਅਸੀਂ ਸਾਡੇ ਉੱਥੇ ਪਾਣੀ ਹੈ ਨਹੀਂ ਸੀਗਾ, ਤੇ ਝੋਨੇ ਜਿਹੜੇ ਸੁੱਕਣ ਡਏ ਸੀਗੇ, ਤੇ ਅਸੀਂ ਜਿਹੜੇ ਸੂਏ ਜ਼ਬਰਦਸਤੀ ਛੱਡੇ ਆ, ਤੇ ਅਸੀਂ ਬਹਿ ਗਏ ਆ ਵੀ ਜੇ ਸਾਨੂੰ ਗ੍ਰਿਫਤਾਰ ਕਰ ਲੈਣਗੇ ਤਾਂ ਵੀ ਕੋਈ ਗੱਲ ਨਹੀਂ, ਜੇ ਆਪੇ ਹੋਰ ਸਾਡੇ ਮਗਰੋਂ ਹੋਰ ਗ੍ਰਿਫਤਾਰ ਹੋ ਜਾਣਗੇ। ਤੇ ਗੱਲ ਚੱਲ ਰਹੀ ਹੈ SDO ਨਵੀਂ ਤੇ SC ਨਵੀਂ, ਤੇ ਆਹ ਗੱਲ ਹੋਈ ਆ। ਤੇ ਸੰਤਾਂ ਨੇ ਸਾਨੂੰ, ਲੰਗਰ ਚੱਲ ਰਿਹਾ ਸੀ, ਸੰਤਾਂ ਨੇ ਕੱਢ ਕੇ 100 ਰੁਪਈਆ ਸਾਨੂੰ ਉੱਥੇ ਲੰਗਰ ਦੇ ਵਿੱਚ ਵੀ ਦਿੱਤਾ ਵੀ ਆਹ ਲਓ, ਜਿੱਥੇ ਮੇਰੀ ਲੋੜ ਹੋਊਗੀ ਮੈਨੂੰ ਉਸੇ ਵੇਲੇ ਤੁਸੀਂ ਸੁਨਾਹ ਹੀ ਘਲਾਉਣਾ ਆ, ਮੈਂ ਤੁਹਾਡੇ ਕੋਲ ਹਾਜ਼ਰ ਹੋਊਂਗਾ। ਤੇ ਅਸੀਂ ਆਖਿਆ ਨਹੀਂ ਬਾਬਾ ਜੀ, ਤੁਹਾਡੀ ਇੱਥੇ ਬੜੀ ਮਿਹਰਬਾਨੀ ਆ ਤੇ ਬੜੀ ਕਿਰਪਾ ਤੁਹਾਡੀ, ਸੰਗਤ ਆਪੇ ਹੀ ਆਣ ਕੇ ਤੇ ਬੜੇ ਉਤਸ਼ਾਹ ਦੇ ਨਾਲ ਵਿੱਚ ਹਿੱਸਾ ਪਾਉਣ ਡਈ ਆ।
ਤੇ ਉਦੋਂ ਸਾਡੇ ਸੂਏ ਜਿਹੜੇ ਸੀਗੇ ਉਦੋਂ ਹੋ ਗਏ ਸੀ ਤੇ 12 ਫਿਰ ਸੰਤ ਸਾਨੂੰ ਜਦੋਂ ਵੀ ਕਿਤੇ ਮਿਲਦੇ ਸੀ ਤੇ ਸਾਨੂੰ ਯੂਨੀਅਨ ਵਾਲੇ ਕਰਕੇ ਬੁਲਾਉਂਦੇ ਸੀਗੇ ਜ਼ਿਆਦਾ। ਇਸ ਕਰਕੇ ਸੰਤਾਂ ਨਾਲ ਸਾਡਾ ਕਾਫੀ ਪਿਆਰ ਸੀਗਾ, ਨੇੜ ਸੀਗਾ। ਪਹਿਲੀ ਮੁਲਾਕਾਤ, ਪਹਿਲੀ ਵਾਰੀ ਜਦੋਂ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦੇ ਦਰਸ਼ਨ ਕਰਦੇ ਹੋ, ਉਹ ਕਿਹੜਾ ਸਮਾਂ ਸੀ ਔਰ ਕੋਈ ਗੱਲਬਾਤ ਵੀ ਹੁੰਦੀ ਜੀ ਉਦੋਂ? ਉਦੋਂ ਸਾਡੀ ਗੱਲਬਾਤ ਨਹੀਂ ਸੀ ਹੋਈ ਜਦੋਂ ਪਹਿਲੀ ਵਾਰ ਇਹਨਾਂ ਦੇ ਦਰਸ਼ਨ ਕੀਤੇ, ਜਦੋਂ ਇਹਨਾਂ ਨੂੰ ਪੱਗ ਬੱਧੀ ਆ, ਦਸਤਾਰ ਸੱਜੀ ਆ ਮੇਤੇ, ਜੀ ਤੇ ਉਦੋਂ ਅਸੀਂ ਇਹਨਾਂ ਦੇ ਦਰਸ਼ਨ ਕੀਤੇ ਆ। ਉਸ ਤੋਂ ਪਹਿਲਾਂ ਵੀ ਅਸੀਂ ਇਹਨਾਂ ਦੇ ਦਰਸ਼ਨ ਨਹੀਂ ਸੀ ਕੀਤੇ ਕਦੀ, ਕਿਉਂ ਸਾਡਾ ਮੇਤੇ ਸੰਤ ਕਰਤਾਰ ਸਿੰਘ ਹੋਣਾ ਕੋਲ ਕਾਫੀ ਆਉਣ ਜਾਣ ਸੀਗਾ, ਪਰ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਕਦੀ ਵਿਚਰਦਿਆਂ ਜਾਂ ਆਮ ਸਿੰਘਾਂ ਦੇ ਵਿੱਚ ਆਉਣ ਜਾਣ ਦੇ ਵਿੱਚ ਕਦੀ ਇਹਨਾਂ ਦੇ ਦਰਸ਼ਨ ਨਹੀਂ ਕੀਤੇ। ਅਸੀਂ ਦਰਸ਼ਨ ਉਦੋਂ ਹੀ ਇਹਨਾਂ ਦੇ ਕੀਤੇ ਸੀ ਪਹਿਲੀ ਵਾਰ। ਜਦੋਂ ਤੁਸੀਂ ਉਹ ਬੜੀ ਗੱਲ ਪ੍ਰਚਲਿਤ ਹੈ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੂੰ ਦਸਤਾਰ ਮਿਲਦੀ ਹੈ, ਉਦੋਂ ਉਹਨਾਂ ਦੀ ਬਹੁਤ ਛੋਟੀ ਉਮਰ ਸੀ ਔਰ ਦੇਖਣ ਨੂੰ ਲੱਗਦੇ ਸੀ ਕਿ ਛੋਟਾ ਜਿਹਾ ਬੱਚਾ ਹੀ ਹੈ। ਉਦੋਂ ਕਿਹਾ ਜਾਂਦਾ ਕਿ ਉਦੋਂ ਮਹਾਂਪੁਰਸ਼ਾਂ ਨੇ ਬੜੇ ਜਿਹੜੇ ਆ ਉੱਥੇ ਬਚਨ ਬੜੇ ਚੜ੍ਹਦੀ ਕਲਾ ਵਾਲੇ ਬੋਲੇ। ਤੁਹਾਨੂੰ ਯਾਦ ਹੈ ਜੀ ਉਹ ਕਿਹੜੇ ਬਚਨ ਸੀ? ਨਹੀਂ, ਮੈਨੂੰ ਇਹਦੇ ਬਾਰੇ ਤੇ ਇਸ ਗੱਲ ਦਾ ਤੇ ਯਾਦ ਨਹੀਂ ਗਾ, ਪਰ ਇੱਕ ਗੱਲ ਹੈਗੀ ਸੀ ਵੀ ਅਸੀਂ ਪਹਿਲਾਂ ਸੋਚਦੇ ਸਾਂ ਵੀ ਜੋ ਸੰਤ ਕਰਤਾਰ ਸਿੰਘ ਹੋਣਾ ਨੇ ਇੰਨੀ ਚੜ੍ਹਦੀ ਕਲਾ ਨਾਲ ਇਹਨਾਂ ਨੂੰ ਆਪਣੀ ਟਕਸਾਲ ਨੂੰ ਉੱਪਰ ਖੜਿਆ ਵਾ, ਤੇ ਉਹ ਕੋਈ ਇਹੋ ਜਿਹਾ ਸਿੰਘ ਨਹੀਂ ਹੋ ਸਕਦਾ। ਪਰ ਜਦੋਂ ਕਥਾ ਕਰਦੇ ਸੀਗੇ ਸੰਤ ਜਰਨੈਲ ਸਿੰਘ ਹੋਣੀ, ਜਦੋਂ ਕਥਾ ਇਹਨਾਂ ਦੀ ਸੁਣੀ ਸੀ ਤੇ ਸਾਨੂੰ ਉਹਦੇ ਵਿੱਚੋਂ ਆਵਾਜ਼ ਦੇ ਵਿੱਚੋਂ ਸੰਤ ਕਰਤਾਰ ਸਿੰਘ ਹੋਣਾ ਦੀ ਝਲਕ ਪੈਂਦੀ ਸੀਗੀ, ਤੇ ਅਸੀਂ ਉਦੋਂ ਇਹ ਸੋਚਦੇ ਹਾਂ ਵੀ ਨਹੀਂ, ਇਹ ਆਵਾਜ਼ ਉਹੀ ਆ, ਤੇ ਉਹ ਜੋ ਟਕਸਾਲ ਦੇ ਵਿੱਚ ਜੋ ਸੀਨਾ ਪਸੀਨਾ ਤੁਰੀ ਆਉਂਦੀ ਟਕਸਾਲ ਬਾਬੇ ਦੀਪ ਸਿੰਘ ਹੋਣਾ ਤੋਂ, ਤੇ ਸਾਨੂੰ ਉਹੀ ਸਭ ਕੁਝ ਉਹੀ ਜਾਪਿਆ ਸੀ ਜੋ ਸੰਤ ਕਰਤਾਰ ਸਿੰਘ ਹੋਣਾ ਦੇ ਵੇਲੇ ਸੀਗਾ। ਹਾਂਜੀ। ਤੁਸੀਂ ਫਿਰ ਉੱਥੇ ਮੰਜੀ ਸਾਹਿਬ ਦੀਵਾਨ ਨਾਲ ਉੱਥੇ ਵੀ ਜਾਂਦੇ ਰਹੇ ਜੀ ਬਾਬਾ ਜੀ ਦੇ ਕੋਲ? ਹਾਂ, ਅਸੀਂ ਉੱਥੇ ਕਾਫੀ ਵਾਰਾਂ ਗਏ ਉਹਨਾਂ ਦੇ ਕੋਲ। ਇੱਕ ਵਾਰਾਂ ਦੋ ਵਾਰਾਂ ਦੇ ਛੋਟੇਪੁਰ ਸਾਹਿਬ ਦਾ ਹੀ ਕੰਮ ਸੀਗਾ, ਤੇ ਇੱਕ ਵਾਰ ਇਹਨਾਂ ਦੀ ਜਥੇਦਾਰੀ ਦਾ ਕੰਮ ਸੀਗਾ। ਜਥੇਦਾਰ ਵਿੱਚੋਂ ਇਹ ਜ਼ਿਲ੍ਹਾ ਜਥੇਦਾਰ ਸੀਗੇ ਤੇ ਇਹਨਾਂ ਨੂੰ ਲਾਉਂਦੇ ਸੀਗੇ ਇਹਨਾਂ ਦੇ ਜਿਹੜੇ ਵਿਰੋਧੀ ਸੀਗੇ, ਤੇ ਉਦੋਂ ਵੀ ਅਸੀਂ ਸੰਤਾਂ ਨੂੰ ਜਾ ਕੇ ਮਿਲੇ ਸਾਂ। ਤੇ ਸੰਤਾਂ ਨੇ ਫਿਰ ਬਾਬੇ ਅਸੀਂ ਤੇ ਜਥੇਦਾਰ ਦਿਆਲ ਸਿੰਘ ਹੋਣੀ ਗਏ ਸਾਂ, ਮੈਂ ਤੇ ਜਥੇਦਾਰ ਦਿਆਲ ਸਿੰਘ ਹੋਣੀ ਗਏ ਸਾਂ, ਤੇ ਸੰਤਾਂ ਨੇ ਸੰਤ ਲੌਂਗੋਵਾਲ ਸਾਹਿਬ ਨੂੰ ਉਹਨਾਂ ਨੂੰ ਫੋਨ ਕੀਤਾ ਸੀਗਾ। ਉਹਨਾਂ ਨੇ ਆਖਿਆ ਵੀ ਜਦੋਂ ਯੁੱਧ ਚੱਲਦਾ ਹੋਵੇ ਤੇ ਵਿੱਚ ਘੋੜੇ ਨਹੀਂ ਬਦਲੀ ਕਰੀ ਦੇ, ਤੇ ਸੰਤਾਂ ਨੇ ਆਖਿਆ ਵੀ ਤੁਸੀਂ ਬਾਬਾ ਜੀ ਦੱਸੋ, ਸਾਨੂੰ ਹੁਕਮ ਕਰੋ ਕੀ ਗੱਲ ਹੈ। ਇਹ ਆਹ ਗੱਲ ਹੈ ਵੀ ਛੋਟੇਪੁਰ ਨੂੰ ਬਦਲੀ ਨਹੀਂ ਕਰਨਾ, ਤੁਸੀਂ ਜਥੇਦਾਰ ਰਹਿਣਾ ਚਾਹੀਦਾ ਆ। ਤੇ ਉਹਨਾਂ ਆਖਿਆ ਜੋ ਤੁਹਾਡਾ ਹੁਕਮ ਹੈ ਉਹੀ ਰਹੂਗਾ। ਉਦੋਂ ਬਾਅਦ ਫਿਰ ਇੱਕ ਵਾਰ ਇਹ ਛੋਟੇਪੁਰ 'ਤੇ ਕੋਈ ਲੱਗੇ ਸੀ ਬਲੇਮ, ਇਹਨਾਂ ਕੁਛ ਗਲਤ ਮਲਤ ਕਹਿ ਦਿੱਤਾ ਸੀ ਸੰਤਾਂ ਨੂੰ, ਤੇ ਉਦੋਂ ਵੀ ਫਿਰ ਇਹਨਾਂ ਦੀ ਮਾਰਨ ਤੱਕ ਗੱਲ ਚੱਲੀ ਸੀ। ਤੇ ਫਿਰ ਛੋਟੇਪੁਰ ਫਿਰ ਦੱਸਿਆ, ਫਿਰ ਅਸੀਂ ਮੈਂ ਤੇ ਵਿਦਿਆਲ ਸਿੰਘ ਉਦੋਂ ਵੀ ਅਸੀਂ ਗਏ ਸਾਂ, ਤੇ ਉਦੋਂ ਲੰਗਰ ਹਾਲ 'ਤੇ ਮਿਲੇ ਸਾਂ ਸੰਤਾਂ ਨੂੰ ਜਾ ਕੇ ਅਸੀਂ। ਤੇ ਸੰਤਾਂ ਨੇ ਇਹ ਗੱਲ ਆਖੀ ਸੀ ਵੀ ਕੋਈ ਵੀ, ਮੈਂ ਤੇ ਉਹਨੀ ਗੱਲ ਕਹਿ ਨਹੀਂ ਸਕਦਾ, ਮੇਰੇ ਮੂੰਹ 'ਚੋਂ ਨਹੀਂ ਨਿਕਲਦੀ, ਪਰ ਸੰਤਾਂ ਨੇ ਹੂਬਹੂ ਇਹੋ ਗੱਲ ਆਖੀ ਸੀ ਵੀ ਕੋਈ ਵੀ ਸਹੁਰਾ ਜਿਹੜਾ ਵਾ ਇਹ ਆਪਣੀ ਧੀ ਨੂੰ ਰੰਡੀ ਹੋਣਾ ਨਹੀਂ ਵੇਖ ਸਕਦਾ। ਕੋਈ ਵੀ ਪਿਓ ਜਿਹੜਾ ਆਪਣੀ ਧੀ ਨੂੰ ਰੰਡੀ ਹੋਣਾ ਨਹੀਂ ਵੇਖ ਸਕਦਾ। ਜੇ ਛੋਟੇਪੁਰ ਆ ਉਹ ਸਾਡਾ, ਜੇ ਤੁਰ ਸਾਹਿਬ ਦਾ ਜਵਾਈ ਆ ਤਾਂ ਸਾਡਾ ਵੀ ਉਹੀ ਆ। ਤੇ ਇਹਦੀ ਵਾਲ ਨਹੀਂ ਕੋਈ ਵੇਖੋਗੇ, ਇਹਨੂੰ ਆਖੋ ਵੀ ਇੰਨਾ ਕੁ ਰੱਖੇ ਵੀ ਆਪਣੀ ਜਵਾਨ ਨੂੰ ਥੋੜ੍ਹਾ ਜਿਹਾ ਲਗਾਮ ਦੇ ਕੇ ਰੱਖੇ। ਤੇ ਉਦੋਂ ਉਸੇ ਵੇਲੇ ਹੀ ਮੁੜ ਕੇ ਸਾਡੇ ਬੈਠਿਆਂ ਹੀ ਸੰਤ ਬਾਬਾ ਜੀ ਉਤਮ ਸਿੰਘ ਹੋਣੀ ਆ ਗਏ ਆ, ਤੇ ਉਹ ਵੀ ਗੱਲਾਂ ਸਾਨੂੰ ਕਈ ਵਾਰਾਂ ਚੇਤੇ ਆਉਂਦੀਆਂ। ਉਹ ਤੇ ਬਾਬੇ ਉਤਮ ਸਿੰਘ ਹੋਣਾ ਦਾ ਥੱਲਿਓਂ ਸੁਨਾਹ ਸਿੰਘ ਇੱਕ ਆਇਆ ਵੀ ਬਾਬੇ ਉਤਮ ਸਿੰਘ ਹੋਣੀ ਆਏ ਆ, ਤੇ ਸੰਤ ਉੱਠ ਕੇ ਤੇ ਤੁਰਨ ਲੱਗੇ, ਤੇ ਬਾਬੇ ਉਤਮ ਸਿੰਘ ਹੋਣੀ ਉਦੋਂ ਉਹਨੂੰ ਉੱਪਰ ਆ ਗਏ ਲੰਗਰ ਹਾਲ ਦੇ। ਤੇ ਸੰਤਾਂ ਨੇ ਆਖਿਆ ਵੀ ਤੁਸੀਂ ਕਾਹਨੂੰ ਆਏ ਜੇ ਬਾਬਾ ਜੀ, ਮੈਨੂੰ ਦੱਸ ਦੇ ਤੇ ਮੈਂ ਆਪੇ ਥੱਲੇ ਆ ਜਾਂਦਾ। ਤੇ ਬਾਬੇ ਉਤਮ ਸਿੰਘ ਹੋਣਾ ਨੇ ਆਖਿਆ ਸੀਗਾ ਵੀ ਜਰਨੈਲ ਸਿੰਘ ਤੇਰੇ ਕੋਲ ਸਮਾਂ ਥੋੜ੍ਹਾ ਆ ਤੇ ਕੰਮ ਤੇਰੇ ਜ਼ਿਆਦੇ ਆ, ਤੇ ਅਸੀਂ ਆਖਿਆ ਵੀ ਤੇਰਾ ਸਮਾਂ ਨਾ ਬਰਬਾਦ ਕਰੀਏ। ਉਦੋਂ ਤੋਂ ਇਸ ਗੱਲ ਦੀ ਸਾਨੂੰ ਸਮਝ ਨਹੀਂ ਆਈ। ਇਹ ਗੱਲ 83 ਦੀ ਆ, ਤੇ ਜਦੋਂ 84 ਦਾ ਇਹ ਭਾਣਾ ਵਰਤਿਆ ਆ, ਤੇ ਫਿਰ ਸਾਨੂੰ ਸਮਝ ਆਈ ਵੀ ਬਾਬੇ ਉਤਮ ਸਿੰਘ ਹੋਣਾ ਨੇ ਕਿਹੜੀ ਉਦੋਂ ਰਮਜ ਮਾਰੀ ਸੀਗੀ ਤੇ ਕਿਹੜੀ ਉਹਨਾਂ ਸਮਝੀ ਸੀ। ਤੇ ਬਾਬਾ ਜੀ, ਬਾਬਾ ਉਤਮ ਸਿੰਘ ਹੋਣਾ ਦੀ ਗੱਲ ਕਰੀਏ ਜਾਂ ਹੋਰ ਸੰਤਾਂ ਮਹਾਂਪੁਰਸ਼ਾਂ ਨਾਲ ਗੱਲ ਕਰੀਏ, ਬਹੁਤ ਪਿਆਰ ਰੱਖਦੇ ਸੀ ਜੀ ਉਹਨਾਂ ਨਾਲ, ਬਹੁਤ ਸਨੇਹ ਸੀ ਉਹਨਾਂ ਦਾ। ਸੰਤਾਂ ਦੇ ਨਾਲ ਜਿੰਨੇ ਵੀ ਸੰਪਰਦਾਵਾਂ ਸੀਗੀਆਂ, ਜਿੰਨੀਆਂ ਵੀ ਸੰਪਰਦਾਵਾਂ ਸੀਗੀਆਂ, ਮੈਨੂੰ ਨਹੀਂ ਪਤਾ ਵੀ ਕਿਹੜੀ ਸੰਪਰਦਾ ਕੋਈ ਵੀ ਉਹਨਾਂ ਦੇ ਬਰਖਲਾਫ ਨਹੀਂ ਸੀਗੀ। ਸਾਰੀਆਂ ਇੰਨਾ ਪਿਆਰ ਰੱਖਦੀਆਂ ਸੀ, ਆਪਣੇ ਭੈਣ ਭਰਾਵਾਂ ਤੋਂ ਵੀ ਵੱਧ ਪਿਆਰ ਰੱਖਦੀਆਂ ਸੀ ਸੰਪਰਦਾਵਾਂ ਸੰਤਾਂ ਦੇ ਨਾਲ। ਹਾਂਜੀ। ਜਿਹੜਾ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਹੁੰਦਾ ਹੈ, ਉਸ ਤੋਂ ਪਹਿਲਾਂ ਦੇ ਜਿਹੜੇ ਤੁਸੀਂ ਜਾਂਦੇ ਰਹੇ ਹੋ, ਪਹਿਲਾਂ ਦੇ ਹਾਲਾਤ ਕਿਵੇਂ ਦੇ ਸੀ ਉੱਥੇ? ਕੋਈ ਇਹੋ ਜਿਹੇ ਸਿੰਘ ਨੂੰ ਤੁਸੀਂ ਜਾਣਦੇ ਹੋ
ਕਿ ਜਿਹੜਾ ਤੁਹਾਨੂੰ ਉਦੋਂ ਮਿਲਿਆ ਹੋਵੇ, ਪਹਿਲਾਂ ਦੀ ਕੋਈ ਗੱਲ ਪੁੱਛੀ ਹੋਵੇ, ਕੋਈ ਗੱਲ ਕੀਤੀ ਹੋਵੇ ਕਿ ਇੱਥੇ ਕੀ ਹੋਣ ਵਾਲਾ ਹੈ, ਇੱਦਾਂ ਦੀ ਕੋਈ ਗੱਲਬਾਤ ਚੱਲੀ ਜੀ ਉੱਥੇ? ਇਹ ਤੋਂ ਪਹਿਲਾਂ ਉੱਥੇ ਜਿਹੜੀਆਂ ਸਰਗਰਮੀਆਂ ਥੋੜ੍ਹੀਆਂ ਬਹੁਤੀਆਂ ਚੱਲਦੀਆਂ ਸੀਗੀਆਂ, ਅਤੇ ਜੋ ਬਾਹਰ ਦੇ ਹਾਲਾਤ ਹੁੰਦੇ ਸੀਗੇ, ਅਤੇ ਜਿਸ ਤਰ੍ਹਾਂ ਜਥੇ ਜਾਂਦੇ ਸੀਗੇ, ਧਰਮ ਯੁੱਧ ਮੋਰਚੇ ਦੇ ਵਿੱਚ ਜਾਂਦੇ ਸੀਗੇ ਜਥੇ, ਉਦੋਂ ਇਹ ਹਾਲਾਤ ਜਾਪਦੇ ਸੀਗੇ ਵੀ ਪਤਾ ਨਹੀਂ ਸਰਕਾਰ ਨੇ ਕੀ ਕਰਨਾ, ਸਰਕਾਰ ਨਾਲ ਟੱਕਰ ਹੋ ਗਈ ਆ, ਅਤੇ ਇਹ ਹੁਣ ਟੱਕਰ ਜਿਹੜੀ ਆ ਇਹ ਵੱਧਦੀ ਜਾਂਦੀ ਆ, ਪਿੱਛੇ ਨਹੀਂ ਮੁੜਨੀ। ਅਤੇ ਉਦੋਂ ਇਹਨਾਂ ਹਾਲਾਤਾਂ ਤੋਂ ਇਹੋ ਜਾਪਦਾ ਸੀਗਾ ਵੀ ਕੋਈ ਨਾ ਕੋਈ ਨੁਕਸਾਨ ਹੋਊਗਾ, ਜ਼ਰੂਰ ਹੋਊਗਾ, ਜੋ ਵੀ ਹੋਇਆ। ਤੁਸੀਂ ਵੀ ਧਰਮ ਯੁੱਧ ਮੋਰਚੇ ਦੇ ਵਿੱਚ ਕੋਈ ਆਪਣੀ ਸ਼ਮੂਲੀਅਤ ਕੀਤੀ ਜੀ? ਹਾਂਜੀ, ਅਸੀਂ ਸਾਡਾ ਦੂਸਰਾ ਜਥਾ ਸੀਗਾ ਜਦੋਂ ਧਰਮ ਯੁੱਧ ਮੋਰਚਾ ਲੱਗਾ ਆ, ਭਾਈ ਅਮਰੀਕ ਸਿੰਘ ਹੋਣਾ ਤੋਂ, ਬਾਬੇ ਠਾਰਾ ਸਿੰਘ ਹੋਣਾ ਤੋਂ। ਅਤੇ ਪਹਿਲਾ ਜਥਾ ਮਹਿਤੇ ਵਾਲਿਆਂ ਦਾ ਸੀ, ਦੂਸਰਾ ਜਥਾ ਸਾਡਾ ਸੀਗਾ। ਉਸ ਜਥੇ ਦੇ ਵਿੱਚ ਅਸੀਂ ਗਏ, ਅਸੀਂ ਗ੍ਰਿਫਤਾਰੀ ਦਿੱਤੀ ਆ, ਅਤੇ ਅਸੀਂ 3 ਮਹੀਨੇ ਭਾਈ ਅਮਰੀਕ ਸਿੰਘ ਦੇ ਨਾਲ, ਬਾਬੇ ਠਾਰਾ ਸਿੰਘ ਹੋਣਾ ਨਾਲ, ਉਹਨਾਂ ਦੇ ਨਾਲ ਹੀ, ਉਹਨਾਂ ਦੀ ਬੈਰਕ ਦੇ ਵਿੱਚ ਹੀ 3 ਮਹੀਨੇ ਅਸੀਂ ਉਹਨਾਂ ਨਾਲ ਜੇਲ੍ਹ 'ਚ ਰਹੇ ਹਾਂ। ਅਤੇ ਉਦੋਂ ਬਾਅਦਾਂ ਫਿਰ ਜਦੋਂ ਸਾਡੀ ਰਿਹਾਈ ਹੋਈ ਆ, ਆਮ ਸਾਰੇ ਮੋਰਚੇ ਦੀ ਰਿਹਾਈ ਹੋਈ ਆ, ਅਤੇ ਉਦੋਂ ਫਿਰ ਸਾਨੂੰ ਜਿਹੜਾ ਅਸੀਂ ਬਾਹਰ ਆ ਗਏ ਹਾਂ। ਫਿਰ ਬਾਅਦਾਂ ਭਾਈ ਅਮਰੀਕ ਸਿੰਘ ਹੋਣਾ ਨੂੰ, ਇਹਨਾਂ ਨੂੰ ਗੁਰਦਾਸਪੁਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਅੰਮ੍ਰਿਤਸਰ ਤੋਂ, ਅਤੇ ਅਸੀਂ ਉੱਥੇ ਵੀ ਇਹਨਾਂ ਦੀ ਮੁਲਾਕਾਤ 'ਤੇ ਗਏ ਹਾਂ। ਉੱਥੇ ਵੀ ਇਹਨਾਂ ਨੇ, ਉੱਥੇ ਗੁਰਦੁਆਰਾ ਸਾਹਿਬ ਹੈ ਨਹੀਂ ਸੀ ਜੇਲ੍ਹ ਦੇ ਵਿੱਚ, ਅਤੇ ਭਾਈ ਅਮਰੀਕ ਸਿੰਘ ਹੋਣਾ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਸਾਰੀ ਕਰਵਾਈ, ਸੇਵਾ ਕਰਵਾਈ, ਅਤੇ ਉੱਥੇ ਗੁਰਦੁਆਰਾ ਸਾਹਿਬ ਅਸੀਂ ਬਾਅਦ ਦੇ ਵਿੱਚ ਹੀ, ਸਾਨੂੰ ਉੱਥੇ ਕਾਂਗਰਸ ਸਰਕਾਰ ਦੇ ਵੇਲੇ 2 ਵਾਰਾਂ ਫੜ ਕੇ ਖੜਿਆ ਵਾ, ਅਤੇ ਉੱਥੇ ਅਸੀਂ ਉਹ ਗੁਰਦੁਆਰਾ ਸਾਹਿਬ ਵੇਖਿਆ, ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜੇਲ੍ਹ ਦੇ ਵਿੱਚ, ਗੁਰਦਾਸਪੁਰ ਜੇਲ੍ਹ ਦੇ ਵਿੱਚ ਬਣਾਇਆ ਗਿਆ। ਆਪਾਂ ਕਿਤਾਬਾਂ ਵੀ ਪੜ੍ਹਦੇ ਹਾਂ, ਅੱਜ ਫਿਲਮਾਂ ਵੀ ਬਣ ਗਈਆਂ ਹੈ, ਬਹੁਤ ਕੁਝ ਬਾਹਰ ਗੱਲਾਂ ਆ ਰਹੀਆਂ ਨੇ ਕਿ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦੋਵਾਂ ਧਿਰਾਂ ਦੀ, ਇੱਕ ਪਾਸੇ ਸੰਤ ਬਾਬਾ ਜਰਨੈਲ ਸਿੰਘ, ਉਹਨਾਂ ਦੇ ਨਾਲ ਬਹੁਤ ਸਾਰੇ ਸਿੰਘ, ਇੱਕ ਪਾਸੇ ਹਿੰਦੁਸਤਾਨੀ ਫੌਜ, ਆਪਸ ਵਿੱਚ ਲੜਾਈ ਹੁੰਦੀ ਹੈ। ਜਿਹੜਾ ਪਹਿਲਾਂ ਦੀ ਮੈਂ ਤਿਆਰੀ ਦੀ ਮੈਂ ਜੇ ਗੱਲ ਪੁੱਛਾਂ ਤੁਹਾਨੂੰ ਕੋਈ ਇੱਦਾਂ ਦਾ ਅੰਦਾਜ਼ਾ ਹੈ ਕਿ ਪਹਿਲਾਂ ਅੰਦਰ ਕਿੰਨੀ ਦੇਰ ਤੋਂ ਤਿਆਰੀ ਚੱਲ ਰਹੀ ਸੀ ਅਤੇ ਕਿੱਦਾਂ ਦੀ ਤਿਆਰੀ ਚੱਲਦੀ ਸੀ? ਅੰਦਰ ਤਿਆਰੀ ਤਾਂ ਜਿੰਨੀ ਚੱਲਦੀ ਸੀ, ਗੁਪਤ ਚੱਲਦੀ ਸੀਗੀ, ਬਹੁਤਾ ਨਹੀਂ ਸੀ ਬਾਹਰ ਇਹਨਾਂ ਗੱਲਾਂ ਦਾ ਨਾ ਆਉਂਦੀਆਂ ਸੀ, ਨਾ ਜਾਂਦੀਆਂ ਸੀਗੀਆਂ, ਅਤੇ ਗੁਪਤ ਤਿਆਰੀ ਚੱਲਦੀ ਸੀਗੀ। ਪਰ ਫਿਰ ਵੀ ਕੁਛ ਨਾ ਕੁਛ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਸੀਗਾ, ਕਿਉਂ ਜਨਰਲ ਸ਼ਬੀਰ ਸਿੰਘ ਹੋਣੀ ਜਿਹੜੇ ਸੀ, ਉਹ ਬੜੇ ਸਿਆਣੇ ਅਤੇ ਸੂਝਵਾਨ ਸੀਗੇ। ਉਹੋ ਹੀ ਸੀਗੇ ਜਿਨ੍ਹਾਂ ਨੇ ਆ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਬੰਗਲਾਦੇਸ਼ ਬਣਿਆ ਵਾ, ਅਤੇ ਏਡੇ ਵੱਡੇ ਜਰਨੈਲ ਨੂੰ ਹਿੰਦੁਸਤਾਨ ਦੀ ਸਰਕਾਰ ਨਹੀਂ ਸਾਂਭ ਸਕੀ, ਅਤੇ ਜਾਂ ਉਹਨਾਂ ਕੋਈ ਧੋਖਾ ਸਰਕਾਰ ਨੇ ਕੀਤਾ ਹੋਊਗਾ, ਜਾਂ ਉਹਨਾਂ ਦੇ ਮਨ 'ਚ ਰੰਜ ਹੋਊਗਾ, ਅਤੇ ਉਹਨਾਂ ਨੇ ਇਸ ਚੀਜ਼ ਨੂੰ ਅੰਜਾਮ ਦਿੱਤਾ। ਬਾਕੀ ਸਰਕਾਰਾਂ ਦੇ ਜਿੰਨੀਆਂ ਵੀ ਹੈਗੀਆਂ, ਉਹ ਜਦੋਂ ਤੋਂ ਅਸੀਂ ਵੇਖਦੇ ਹਾਂ ਵੀ 47 'ਚ ਦੇਸ਼ ਆਜ਼ਾਦ ਹੋਇਆ, ਅਤੇ 55 ਤੋਂ ਹੀ ਹਿੰਦੁਸਤਾਨ ਦੇ ਵਿੱਚ ਜਿਹੜੀ ਆ ਪੰਜਾਬ ਦੀ ਲੋਕ ਸੀਗੇ ਜਿਹੜੇ, ਇਹ ਸਟਰਗਲ 'ਤੇ ਆ ਗਏ ਆ। ਇਹਨਾਂ 5-7 ਸਾਲਾਂ ਦੇ ਵਿੱਚ ਹੀ ਹਿੰਦੁਸਤਾਨ ਦੀ ਸਰਕਾਰ ਜਦੋਂ ਭੁੱਲ ਜਾਂਦੀ ਆ, ਅਤੇ ਫਿਰ ਲੋਕਾਂ ਦੇ ਵਿੱਚ ਰੋਹ ਜਿਹੜਾ ਉਹ ਦਿਨੋਂ ਦਿਨ ਪੈਦਾ ਹੁੰਦਾ ਰਹਿੰਦਾ। ਉਹ ਜਿੰਨੇ ਹੀ ਰੋਹ ਪੈਦਾ ਹੁੰਦਾ ਗਿਆ, ਇਹ ਸਾਰਾ ਸਿੱਟਾ ਉਸੇ ਰੋਹ ਦਾ ਸੀਗਾ, ਜਿਹੜੀਆਂ ਬੇਇਨਸਾਫੀਆਂ ਹੋਈਆਂ ਲੋਕਾਂ ਦੇ ਨਾਲ। ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਹੈ, ਅਟੈਕ ਹੁੰਦਾ ਹੈ, ਕੀ ਲੱਗਦਾ ਤੁਹਾਨੂੰ ਕਿ ਉਹ ਆਖਰੀ ਹੱਲ ਸੀ? ਉਸ ਤੋਂ ਬਿਨਾਂ ਕੋਈ ਹੋਰ ਵੀ ਹੱਲ ਹੋ ਸਕਦਾ ਸੀ? ਹਾਂ, ਬਿਲਕੁਲ ਹੱਲ ਹੋ ਸਕਦਾ ਸੀ ਸਾਰਾ ਕੁਛ। ਜਦੋਂ ਆਪਾਂ ਕਿਸੇ ਵੀ ਦੇਸ਼ ਦੇ ਨਾਲ ਕੋਈ ਗੱਲਬਾਤ ਹੁੰਦੀ ਆ, ਅਤੇ ਸਰਕਾਰਾਂ ਬਹਿ ਕੇ ਉਹਦੇ ਨਾਲ ਜਦੋਂ ਲੜਾਈ ਲੱਗੀ ਹੁੰਦੀ ਹੈ ਜਾਂ ਕੋਈ ਗੱਲ ਹੁੰਦੀ ਹੈ, ਮੇਜ਼ 'ਤੇ ਬਹਿ ਕੇ ਸਾਰਾ ਫੈਸਲੇ ਹੁੰਦੇ ਆ, ਕੁਛ ਲੈਣਾ ਕੁਛ ਦੇਣਾ। ਸਰਕਾਰ ਇਹੋ ਚਾਹੁੰਦੀ ਆ ਵੀ ਦੇਣਾ ਕੱਖ ਨਹੀਂ ਗਾ, ਲੈਣਾ ਹੀ ਲੈਣਾ ਇਹਨਾਂ ਦੇ ਕੋਲੋਂ, ਅਤੇ ਇਸ ਕਰਕੇ ਉਹਦਾ ਹੱਲ ਸਰਕਾਰ ਨੇ ਸੋਚਿਆ ਨਹੀਂ। ਸਰਕਾਰ ਨੇ ਇਹੋ ਸੋਚਿਆ ਵੀ ਇਹ ਕੌਮ ਨੂੰ ਨੀਵਾਂ ਵਿਖਾਲਣਾ, ਇਹਨੂੰ ਠਾਂ ਕਰਨਾ। ਪਰ ਮੈਂ ਇਹ ਗੱਲ ਨੂੰ ਕਹਿੰਦਾ ਹਾਂ ਮਨ ਦੇ ਵਿੱਚ ਵੀ ਨਹੀਂ, ਮੈਂ ਖੁੱਲ੍ਹੇਆਮ ਕਹਿੰਦਾ ਹਾਂ ਵੀ ਜਿਹੜਾ ਹਿੰਦੁਸਤਾਨ ਦੇ ਅਸੀਂ ਸਿੱਖਾਂ ਨੂੰ ਸਾਰੀ ਦੁਨੀਆ ਦੇ ਵਿੱਚ ਇੱਕ ਹਿੰਦੂ ਦੇ ਲੌਬੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀਗਾ, ਵੀ ਸਿੱਖ ਜਿਹੜਾ ਇੱਕ ਹਿੰਦੂਆਂ ਦਾ ਅੰਗ ਆ, ਹੋਰ ਕੁਛ ਨਹੀਂ ਗੇ। ਇਸ ਲੜਾਈ ਨੇ ਸਿੱਖਾਂ ਦਾ ਇੰਨਾ ਸਿਰ ਉੱਚਾ ਕੀਤਾ ਆ ਵੀ ਸਿੱਖ ਇੱਕ ਵੱਖਰੀ ਕੌਮ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜਾਣੇ ਗਏ ਆ। ਇਸ 84 ਤੋਂ ਬਾਅਦ ਆ, ਪਹਿਲਾਂ ਨਹੀਂ ਸੀ ਇਹ ਗੱਲ। ਪਹਿਲਾਂ ਅਸੀਂ ਵੀ ਅਖਬਾਰਾਂ ਪੜ੍ਹਦੇ ਹਾਂ, ਰਸਾਲੇ ਪੜ੍ਹਦੇ ਹਾਂ, ਕਿਤਾਬਾਂ ਪੜ੍ਹਦੇ ਸਾਂ, ਉਹਦੇ ਵਿੱਚ ਸਾਰੇ ਸਾਨੂੰ ਹਿੰਦੂ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ। ਪਰ 84 ਤੋਂ ਇਹ ਸਰਕਾਰ ਦੀ ਬੜੀ, ਮੈਂ ਆਨਾ ਵਾਂ ਵੀ ਸਰਕਾਰ ਦੀ ਸ਼ਾਬਾਸ਼ ਆ ਜਿਹਨੇ ਸਾਡੇ 'ਤੇ ਇੰਨਾ ਤਸ਼ੱਦਦ ਕੀਤਾ ਅਤੇ ਸਾਨੂੰ ਇੱਕ ਕੌਮ ਦੇ ਤੌਰ ਦੇ ਉੱਤੇ ਆਜ਼ਾਦ ਕੀਤਾ ਆ। ਜਦ ਦੁਨੀਆ ਦੇ ਵਿੱਚ ਅਸੀਂ ਆਜ਼ਾਦ ਹਾਂ, ਕੌਮ ਸਾਰੀ ਦੁਨੀਆ ਨੂੰ ਪਤਾ ਵੀ ਸਿੱਖ ਵੱਖਰੀ ਕੌਮ ਆ। ਅੰਤ ਦੇ ਵਿੱਚ ਆਪਾਂ ਫਿਰ ਮਿੱਤੇ ਆਉਂਦੇ ਹਾਂ, ਕਿਉਂਕਿ ਜਦੋਂ 1984 ਜੂਨ ਦੇ ਵਿੱਚ ਤੁਸੀਂ ਦੱਸਿਆ ਕਿ ਘੇਰਾ ਪਾ ਲਿਆ ਗਿਆ, ਉਸ ਤੋਂ ਬਾਅਦ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਕੁਝ ਨੌਜਵਾਨ
ਇਦਾਂ ਦੇ ਵੀ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਉਹਨਾਂ ਨੂੰ ਵੀ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਵੀ ਮਾਰਿਆ ਗਿਆ। ਉਹਨਾਂ ਸਮਿਆਂ ਦੇ ਦੌਰਾਨ ਮਹਿਤੇ ਦਮਦਮੀ ਟਕਸਾਲ ਦੇ ਉੱਪਰ ਵੀ ਦੁਬਾਰਾ ਕੋਈ ਕਿਸੇ ਤਰ੍ਹਾਂ ਦਾ ਕੋਈ ਆਂਚ ਆਈ, ਕੋਈ ਅਟੈਕ, ਕੋਈ ਇਦਾਂ ਦੀ ਗੱਲ ਹੋਈ ਜੀ ਬਾਅਦ 'ਚ? ਨਹੀਂ, ਮਹਿਤੇ ਟਕਸਾਲ ਦੇ ਉੱਤੇ ਕੋਈ ਨਹੀਂ ਹੋਈ। ਆਮ ਜਿਹੜੀ ਜਨਤਾ ਸੀ ਉਹਨਾਂ ਦੇ ਉੱਤੇ ਬਹੁਤ ਕੁਛ ਹੋਇਆ। ਆਮ ਜਨਤਾ ਨੇ ਬਹੁਤ ਤਸ਼ੱਦਦ ਝੱਲਿਆ ਵਾ, ਜਿਹਦੇ ਵਿੱਚ ਬੇਕਸੂਰ ਬਹੁਤੇ ਜਿਹੜੇ ਸੀਗੇ ਉਹ ਪੀਸੇ ਗਏ ਆ ਉਸ ਵਕਤ। ਉਸ ਵਕਤ ਹਾਲਾਤ ਇੰਨੇ ਮਾੜੇ ਸੀਗੇ ਵੀ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਵੀ ਸਾਡਾ ਬੱਚਾ ਜਿਹੜਾ ਬਾਹਰ ਗਿਆ ਵਾ ਇਹ ਸ਼ਾਮ ਨੂੰ ਘਰ ਆਊਗਾ ਕਿ ਨਹੀਂ ਆਊਗਾ। ਪੁਲਿਸ ਦਾ ਵੀ ਚੇਂਜ, ਇੰਨਾ ਮਨ ਚੇਂਜ ਕਰ ਦਿੱਤਾ ਗਿਆ ਸੀਗਾ ਪੁਲਿਸ ਦਾ ਵੀ ਉਹ ਵੀ ਜਿਹੜੀ ਆ ਉਹ ਆਮ ਲੋਕਾਂ ਨੂੰ ਜਿਹੜੀ ਆ ਉਹ ਆਪਣਾ ਸ਼ਿਕਾਰ ਹੀ ਸਮਝਦੀ ਸੀ ਵੀ ਇਹਨੂੰ ਮਾਰੋ ਤੇ ਤਰੱਕੀਆਂ ਲਓ। ਪਰ ਹੈਗੇ ਤੇ ਉਹ ਵੀ ਸਿੱਖ ਹੀ ਸੀ ਜੀ। ਬਿਲਕੁਲ ਉਹ ਸਿੱਖ ਸੀਗੇ, ਪਰ ਸਿੱਖਾਂ ਦੇ ਵਿੱਚ ਵੀ ਮੈਂ ਸਮਝਦਾ ਵੀ ਉਸ ਵੇਲੇ ਮੈਨੂੰ ਇੱਕ ਵਾਕਿਆ ਕਈ ਯਾਦ ਆਉਂਦਾ ਵਾ। ਕਿਸੇ ਬੰਦੇ ਨੇ ਗੱਲ ਸੁਣਾਈ ਸੀ ਵੀ ਜਦੋਂ ਜੰਮੂ ਕਸ਼ਮੀਰ 'ਚ ਇਹਨਾਂ ਤਸ਼ੱਦਦ ਕੀਤਾ ਤੇ ਪੰਜਾਬ ਪੁਲਿਸ ਉੱਥੇ ਜਾ ਕੇ ਇੰਟਰੋਗੇਟ ਕਰਦੀ ਰਹੀ ਆ ਤੇ ਉਹਨਾਂ ਨੇ ਇਹ ਗੱਲ ਆਖੀ ਵੀ ਜਿਹੜੇ ਉੱਥੇ ਦੇ ਅਫਸਰ ਸੀ ਨਾ, ਜਦੋਂ ਇਹ ਇੰਟਰੋਗੇਟ ਕਰਦੇ ਸੀ ਤੇ ਉਹ ਰੋਂਦੇ ਸੀਗੇ ਵੇਖ ਵੇਖ ਕੇ। ਤੇ ਉਹ ਬੜੇ ਫਖਰ ਦੇ ਨਾਲ ਕੋਈ ਦੱਸਦਾ ਸੀ ਇਹ ਗੱਲ ਨੂੰ, ਤੇ ਕੋਈ ਗਾੜਲਾ ਜਿਹੜਾ ਸੁਣਨ ਵਾਲਾ ਸੀ ਉਹ ਕਹਿੰਦਾ ਵੀ ਇਹਦਾ ਮਤਲਬ ਵੀ ਤੁਹਾਡੇ ਵਿੱਚ ਅਬਦਾਲੀ ਵਾਲੀ ਰੂਹ ਆ ਗਈ, ਔਰੰਗਜ਼ੇਬ ਵਾਲੀ ਰੂਹ ਆਈ ਉਸ ਵਕਤ। ਤੇ ਅਸੀਂ ਤੇ ਉਹ ਸਮਝਦੇ ਹਾਂ ਵੀ ਪੰਜਾਬ ਪੁਲਿਸ ਦੇ ਵਿੱਚ ਉਸ ਵਕਤ ਔਰੰਗਜ਼ੇਬ ਵਾਲੀ ਰੂਹ ਆਈ ਸੀਗੀ, ਜਿਹੜੀ ਕਿ ਬਾਅਦ ਦੇ ਵਿੱਚ ਉਹ ਘਟੀ ਆ। ਉਹ ਲੋਕ ਫਿਰ ਹੈ ਤੇ ਸਾਡੇ ਸੀਗੇ, ਸਾਡੇ ਘਰਾਂ 'ਚੋਂ ਗਏ ਸੀਗੇ, ਪਰ ਉਹਨਾਂ ਦਾ ਦਿਮਾਗ ਹੀ ਇੰਨਾ ਚੇਂਜ ਕਰ ਦਿੱਤਾ ਗਿਆ ਸੀਗਾ ਵੀ ਤੁਸੀਂ ਜੋ ਕਰੋਗੇ ਤੁਸੀਂ ਜਾਇਜ਼ ਹੀ ਕਰੋਗੇ। ਅੰਤ ਦੇ ਵਿੱਚ ਜੂਨ 1984 ਦੇ ਬਾਬਤ ਕੁਝ ਆਪਣੇ ਸ਼ਬਦਾਂ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਤੇ ਇਹਨਾਂ ਜੋ ਇਹ ਘਟਨਾ ਹੋਈ ਆ ਬਹੁਤ ਦੁਖਦਾਈ ਹੋਈ ਆ, ਬਹੁਤ ਮਾੜੀ ਹੋਈ ਆ ਤੇ ਲੋਕਾਂ ਦੇ ਬਹੁਤ ਤਸ਼ੱਦਦ ਝੱਲਿਆ ਵਾ। ਪਰ ਉਹਦੇ ਵਿੱਚੋਂ ਇੱਕ ਕੌਮ ਜਿਹਨੂੰ ਹਿੰਦੂਆਂ ਦਾ ਅੰਗ ਕਿਹਾ ਜਾਂਦਾ ਸੀ ਉਹ ਉੱਭਰ ਕੇ ਸਾਹਮਣੇ ਆਈ ਆ। ਇੱਕ ਸਿੱਖ ਕੌਮ ਜਿਹੜੀ ਅੱਜ ਦੁਨੀਆ ਦੇ ਵਿੱਚ ਜਾਣੀ ਜਾਂਦੀ ਆ, ਜਿਹਦੀ ਸਾਰੀ ਦੁਨੀਆ ਦੇ ਵਿੱਚ ਸ਼ਲਾਘਾ ਹੋ ਰਹੀ ਆ, ਇੱਜ਼ਤ ਹੋ ਰਹੀ ਆ, ਉਹ ਕੌਮ ਫਿਰ ਇੱਕ ਦੁਬਾਰਾ ਦੂਜੀ ਵਾਰ ਪੈਦਾ ਹੋਈ ਆ। ਇੱਕ ਗੱਲ ਹੋਰ ਵੀ ਹੈ ਜੀ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੁੰਦਾ ਹੈ, ਪਰ ਜਿਹੜਾ ਮਹਿਤਾ ਹੈ ਦਮਦਮੀ ਟਕਸਾਲ ਮਹਿਤਾ ਚੌਂਕ ਹੈ, ਉਹ ਤਾਂ ਇੱਕ ਦਮਦਮੀ ਟਕਸਾਲ ਦਾ ਹੈੱਡਕੁਆਟਰ ਮੰਨਿਆ ਜਾਂਦਾ ਸੀ। ਕੀ ਲੱਗਦਾ ਹੈ ਕਿ ਇੱਥੇ ਅਟੈਕ ਉਦੋਂ ਕਿੰਨਾ ਕਾਰਨਾਂ ਕਰਕੇ ਰੁਕਿਆ ਜੀ, ਇੱਥੇ ਅਟੈਕ ਜਿਹੜਾ ਨਹੀਂ ਹੋ ਸਕਿਆ? ਇੱਕ ਸਭ ਤੋਂ ਮੇਨ ਗੱਲ ਇਹ ਸੀਗੀ ਵੀ ਜਿਹੜਾ ਮੇਜਰ ਜਗਜੀਤ ਸਿੰਘ ਸੀਗਾ ਉਹ ਇਸ ਏਰੀਏ ਦਾ ਹੀ, ਪਿੰਡ ਧੀਰੇ ਦਾ ਸੀਗਾ, ਅਤੇ ਧੀਰਾ ਪਿੰਡ ਟਕਸਾਲ ਦੇ ਬਿਲਕੁਲ ਲਾਗੇ ਸੀਗਾ। ਅਤੇ ਉੱਥੇ ਦੇ ਸਿੰਘ ਵੀ ਕਾਫੀ, ਮਾਸਟਰ ਚੈਂਚਲ ਸੋਹਣੀ, ਮਾਸਟਰ ਗੁਰਦੇਵ ਸੋਹਣੀ, ਕਾਫੀ ਸਿੰਘ ਜਿਹੜੇ ਸੀ ਉਹ ਟਕਸਾਲ ਦੇ ਨਾਲ, ਪਿੰਡ ਹੀ ਸਾਰਾ ਟਕਸਾਲ ਨਾਲ ਜੁੜਿਆ ਸੀਗਾ। ਅਤੇ ਇਹ ਇਲਾਕਾ ਇਕੱਠਾ ਹੋਣ ਕਰਕੇ ਉਹਦੇ ਮਨ ਦੇ ਵਿੱਚ ਇਹ ਸੀਗਾ ਜੇ ਮੇਰਾ ਇਲਾਕਾ ਆ ਅਤੇ ਮੇਰੇ ਇਲਾਕੇ ਦੇ ਵਿੱਚ ਕੋਈ ਖੂਨ ਖਰਾਬਾ ਨਾ ਹੋਵੇ। ਉਹਨੇ ਲੋਕਾਂ ਨੂੰ ਵੀ ਮੇਜਰ ਜਗਜੀਤ ਸਿੰਘ ਦਾ ਲੋਕਾਂ 'ਤੇ ਵੀ ਅਸਰ ਹੈਗਾ ਸੀ ਥੋੜ੍ਹਾ ਬਹੁਤਾ ਵੀ ਸਾਡੇ ਏਰੀਏ ਦਾ ਬੰਦਾ ਆ ਇਹ, ਅਤੇ ਉਹਦੇ ਮਨ ਦੇ ਵਿੱਚ ਇਹ ਸੀਗਾ ਵੀ ਮੇਰਾ ਏਰੀਆ ਆ ਅਤੇ ਮੇਰੇ ਏਰੀਏ 'ਚ ਨਾ ਹੋਵੇ। ਉਸ ਬੰਦੇ ਦੇ ਨਾਲ ਫਿਰ ਥੋੜ੍ਹੀ ਸੂਝ ਬੂਝ ਦੇ ਨਾਲ ਉਹਨਾਂ ਜੋ ਵੀ ਕੰਮ ਕੀਤਾ ਆਪਣੇ ਅਫਸਰਾਂ ਦੇ ਨਾਲ ਰਲ ਕੇ, ਉਹ ਇਹ ਕੀਤਾ ਵੀ ਇਹਦੇ ਨਾਲ ਜਿਹੜਾ ਸਾਡੇ ਟਕਸਾਲ ਆ ਇਹਦਾ ਨੁਕਸਾਨ ਨਹੀਂ ਹੋਇਆ, ਅਤੇ ਉਹ ਸਾਰੀ ਗੱਲ ਨੂੰ ਕਵਰ ਕਰ ਗਿਆ। ਅਤੇ ਇੱਥੇ ਜਿਹੜਾ ਨੁਕਸਾਨ ਜਿਹੜਾ ਹੁਣ ਤੋਂ ਬਚਿਆ ਰਿਹਾ ਉਹ ਖਾਸ ਕਰਕੇ ਇਸ ਕਰਕੇ ਹੋਇਆ ਕਿਉਂਕਿ ਮੇਜਰ ਜਗਜੀਤ ਸਿੰਘ ਦਾ ਪਿੰਡ ਧੀਰਾ ਹੋਣ ਕਰਕੇ, ਲਾਗੇ ਲਾਗੇ ਰਿਸ਼ਤੇਦਾਰੀਆਂ ਹੋਣ ਕਰਕੇ, ਅਤੇ ਉਹ ਇਹ ਸਾਰੇ ਏਰੀਏ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ। ਉਦੋਂ ਬਾਅਦਾਂ ਫਿਰ ਕੁਛ ਕਾਰਨਾਂ ਦੇ ਕਰਕੇ ਉਹਦਾ ਕੋਰਟ ਮਾਰਸ਼ਲ ਹੋਇਆ, ਅਤੇ ਉਹ ਤਾਂ ਉਹਨਾਂ ਦੀ ਅੰਦਰੂਨੀਆਂ ਗੱਲਾਂ ਸੀਗੀਆਂ ਜਿਹਦਾ ਕਰਕੇ ਹੋਇਆ ਹੋਊਗਾ। ਅਤੇ ਪਰ ਉਸ ਬੰਦੇ ਦੀ ਇਹ ਖਾਸ ਕਰਕੇ ਦੇਣ ਆ, ਜਿਹ 'ਚ ਉਹਨੂੰ ਸਜ਼ਾ ਵੀ, ਸਸਪੈਂਡ ਵੀ ਹੋਣਾ ਪਿਆ ਉਹਨੂੰ, ਅਤੇ ਸਾਰਾ ਕੁਛ ਹੋਇਆ, ਪਰ ਉਹਦੀ ਬਹੁਤ ਵੱਡੀ ਇਹ ਦੇਣ ਆ ਜਿਹੜਾ ਇਹ ਗੁਰਦੁਆਰੇ ਸਾਹਿਬ ਨੂੰ ਉਹ ਬਚਾ ਗਿਆ। ਹਾਂਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਹ ਸਨ ਭਾਈ ਸਾਹਿਬ ਭਾਈ ਸਕੱਤਰ ਸਿੰਘ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ। ਪਿੰਡ ਮੀਕੇ ਇਹਨਾਂ ਦਾ, ਜ਼ਿਲ੍ਹਾ ਗੁਰਦਾਸਪੁਰ, ਨੇੜੇ ਘੁਮਾਣ। ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਸਾਨੂੰ ਇਹਨਾਂ ਨੇ ਅਹਿਮ ਜਾਣਕਾਰੀ ਜੂਨ 1984 ਬਾਰੇ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।